You are listening to the online streaming service from Emmanuel Church, Handsworth, Birmingham, UK. Okay, आओ ਅਸੀਂ ਇਹ ਮੀਟਿੰਗ ਜੋ ਮੈਨੂਅਲ ਚਰਚ ਬਰਮਿੰਘਮ ਹੈਂਸਵਰਥ ਹੈਗਾ ਆ ਉੱਥੋਂ ਆਨਲਾਈਨ ਸਰਵਿਸ ਜੋ ਸ਼ੁਰੂ ਹੋ ਰਹੀ ਹੈ ਇਸ ਤਰ੍ਹਾਂ ਹੁੰਦੀ ਆ ਔਰ ਜੋ ਇਹਦੇ ਵਿੱਚ ਸ਼ਾਮਲ ਹੋ ਰਹੇ ਆ ਭੈਣ ਭਾਈ ਮੈਨੂਅਲ ਚਰਚ ਦੇ ਔਰ ਜੋ ਕੋਈ ਅਗਰ ਸਾਡੇ ਵਿਚਕਾਰ ਪਹਿਲੀ ਵਾਰੀ ਇਹ 'ਚ ਸ਼ਾਮਲ ਹੋ ਰਿਹਾ ਉਹਨਾਂ ਅਸੀਂ ਜੀ ਆਇਆਂ ਆਖਦੇ ਆ ਔਰ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਿ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਇਸ ਮੀਟਿੰਗ ਦੇ ਦੁਆਰਾ ਮਿਲੇ। ਅਸੀਂ ਇੱਕ ਆਇਤ ਪ੍ਰਭੂ ਦੇ ਵਚਨਾਂ 'ਚੋਂ ਪੜ੍ਹਦੇ ਹਾਂ ਸ਼ੁਰੂ ਕਰਨ ਦੇ ਨਾਲ। ਇਹ ਹੀਬਰੂ ਜਿਹੜੀ ਇਬਰਾਨੀਆਂ ਦੀ ਕਿਤਾਬ ਆ ਨਵੇਂ ਨਿਯਮ ਦੇ ਵਿੱਚ ਉਹਦਾ ਪਹਿਲਾ ਅਧਿਆਇ ਉਹਦੀ 13 ਰਿਆਇਤ ਅਸੀਂ ਦੇਖਦੇ ਹਾਂ। ਇੱਥੇ ਲਿਖਿਆ, ਪਰ ਦੂਤਾਂ ਵਿੱਚੋਂ ਕਿਹਦੇ ਵਿਖੇ ਉਹਨੇ ਕਦੇ ਆਖਿਆ ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ। ਇਨਸਾਨ ਨੇ ਬਹੁਤ ਸਾਰੇ ਦੁਨੀਆ ਦੇ ਵਿੱਚ ਜੋ ਟੈਲੀਸਕੋਪ ਜਿਹੜੀ ਦੂਰਬੀਨ ਆ ਉਹ ਬੜੀਆਂ ਬਣਾ ਲਈਆਂ, ਪਰ ਕੋਈ ਵੀ ਇਸ ਤਰ੍ਹਾਂ ਦੀ ਦੂਰਬੀਨ ਨਹੀਂ ਆਪਾਂ ਕਹਿ ਸਕਦੇ ਬਣੀ ਕਿ ਜਿਹੜੀ ਜੋ ਇਹ ਇਬਰਾਨੀਆਂ ਜਦੋਂ ਖਤ ਲਿਖਣ ਵਾਲਾ ਦੱਸਣਾ ਚਾਹੁੰਦਾ ਆ ਕਿ ਤੁਸੀਂ ਦੇਖੋ ਗੌਰ ਕਰੋ ਕਿ ਪ੍ਰਭੂ ਯਿਸੂ ਮਸੀਹ ਦੇ ਵੱਲ ਨਿਗਾਹ ਲਾ ਕੇ ਦੂਰਬੀਨ ਜਿੰਨੀ ਵੀ ਤੁਹਾਡੀ ਕਾਬਲੀਅਤ ਹੈਗੀ ਆ ਉਹਦੇ ਮੁਤਾਬਕ, ਕਿਉਂਕਿ ਜਿਹੜੇ ਯਹੂਦੀ ਪ੍ਰਭੂ ਦੇ ਮਸੀਹੀ ਪੰਥ ਦੇ ਵਿੱਚ ਆਏ ਸੀਗੇ ਉਹਨਾਂ ਨੂੰ ਬੜਾ ਇਸ ਵੇਲੇ ਔਖਾ ਲੱਗਦਾ ਸੀਗਾ ਕਿ ਅਸੀਂ ਜੋ ਯਹੂਦੀਪਨ ਅਸੀਂ ਛੱਡ ਕੇ ਹੁਣ ਪ੍ਰਭੂ ਯਿਸੂ ਮਸੀਹ 'ਤੇ ਵਿਸ਼ਵਾਸ ਕਰ ਲਿਆ ਆ ਅਤੇ ਅਸੀਂ ਬਹੁਤ ਸਤਾਏ ਜਾਂਦੇ ਹਾਂ ਜਾਂ ਸਾਨੂੰ ਪੁਰਾਣਾ ਨੇਮ ਵੀ ਜਿਹੜੇ 10 ਹੁਕਮ ਉਹ ਵੀ ਪੂਰੇ ਕਰਨੇ ਪੈਣੇ ਆ। ਪਰ ਇੱਥੇ ਕੀ ਸਾਨੂੰ ਇਬਰਾਨੀਆਂ ਨੂੰ ਲਿਖਣ ਵਾਲਾ ਦੱਸਦਾ ਆ ਕਿ ਜੋ ਪ੍ਰਭੂ ਯਿਸੂ ਮਸੀਹ ਆ ਉਹਨੇ ਸਾਰਾ ਕੁਛ ਜੋ ਪੁਰਾਣੇ ਨੇਮ ਦਾ ਸੀਗਾ ਉਹ ਇਨਸਾਨ ਦੇ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰਕੇ ਉਹ ਸਾਰਾ ਕੁਛ ਪੂਰਾ ਕਰ ਦਿੱਤਾ ਆ। ਅਤੇ ਹੁਣ ਇਸ ਵੇਲੇ ਪਿਤਾ ਆਪਣੇ ਪੁੱਤ ਨੂੰ ਕਹਿੰਦਾ ਕਿ ਜਿਹੜਾ ਤੇਰਾ ਸਿੰਘਾਸਨ ਆ ਔਰ ਇਹ ਜਿਹੜੀ ਦੁਨੀਆ ਹੈਗੀ ਆ ਧਰਤੀ ਇਹ ਤੇਰੇ ਪੈਰ ਰੱਖਣ ਦੀ ਚੌਂਕੀ ਆ। ਔਰ ਕੋਈ ਦੂਤ ਦੇ ਬਾਰੇ ਪਰਮੇਸ਼ਰ ਨੇ ਇਸ ਤਰ੍ਹਾਂ ਨਹੀਂ ਕਿਹਾ। ਮੋਜ਼ਿਸ ਵਰਗੇ ਵੱਡੇ ਵੱਡੇ ਪ੍ਰਭੂ ਦੇ ਦਾਸ ਹੋਏ ਆ, ਜੋਸ਼ੂਆ ਵਰਗੇ ਹੋਏ ਆ, ਨਬੀ ਹੋਏ ਆ, ਉਹਨਾਂ ਨੇ ਬਹੁਤ ਚੰਗੇ ਕੰਮ ਕੀਤੇ, ਪ੍ਰਭੂ ਦੇ ਬਾਰੇ ਬਹੁਤ ਕੁਝ ਚੰਗੀਆਂ ਗੱਲਾਂ ਕੀਤੀਆਂ, ਪਰ ਕਿਸੇ ਨੂੰ ਵੀ ਪਰਮੇਸ਼ਰ ਨੇ ਇਹ ਨਹੀਂ ਕਿਹਾ ਕਿ ਇਹ ਮੇਰਾ ਪਿਆਰਾ ਪੁੱਤਰ ਆ, ਇਹਦੇ ਤੋਂ ਮੈਂ ਪਰੇਸ਼ਾਨ ਆ। ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਇਨਸਾਨੀਅਤ ਦੇ ਵਾਸਤੇ ਜੋ ਕੰਮ ਦੀ ਸਲੀਬ ਦੀ ਜਿਹੜੀ ਮੌਤ ਹੋਈ ਆ ਕੁਰਬਾਨੀ ਆ ਉਹ ਕਰਕੇ ਇਨਸਾਨ ਦੇ ਵਾਸਤੇ ਮੁਕਤੀ ਤਿਆਰ ਕਰ ਦਿੱਤੀ ਆ। ਇਸ ਕਰਕੇ ਹੁਣ ਜਿਹੜਾ ਉਹ ਇਬਰਾਨੀਆਂ ਲਿਖਣ ਵਾਲਾ ਯਹੂਦੀਆਂ ਨੂੰ ਕਹਿੰਦਾ ਆ ਕਿ ਤੁਸੀਂ ਪੂਰੇ ਦੇ ਪੂਰਾ ਪ੍ਰਭੂ ਯਿਸੂ ਮਸੀਹ ਦੇ ਉੱਤੇ ਮਸੀਹੀ ਪੰਥ ਵਿੱਚ ਆ ਜਾਓ ਔਰ ਦੇਖੋ ਕਿ ਕੀ ਕੁਛ ਤੁਹਾਨੂੰ ਮਿਲਿਆ ਪ੍ਰਭੂ ਦੇ ਵਿੱਚ। ਇਹ ਨਾ ਦੇਖੋ ਕਿ ਤੁਸੀਂ ਕੀ ਕੁਛ ਖੋ ਬੈਠੇ ਆ ਜਾਂ ਤੁਹਾਨੂੰ ਕੀ ਕੁਛ ਘਾਟਾ ਪੈ ਗਿਆ। ਸੋ ਅੱਜ ਦੀ ਉਮੀਦ ਹੈ ਕਿ ਜੋ ਨਹੀਂ ਜਿਨ੍ਹਾਂ ਨੇ ਦੇਖਿਆ ਪ੍ਰਭੂ ਯਿਸੂ ਮਸੀਹ ਨੂੰ ਉਹਦੇ ਵੱਲ ਨਿਗਾਹ ਕਰਕੇ ਗੌਰ ਕਿ ਉਹ ਕੌਣ ਆ, ਅਤੇ ਉਮੀਦ ਹੈ ਕਿ ਤੁਸੀਂ ਪ੍ਰਭੂ ਨੂੰ ਪਛਾਣੋਗੇ ਕਿ ਉਹ ਇੱਕੋ ਹੀ ਪਰਮੇਸ਼ਰ ਆ ਜਿਸ ਤੋਂ ਮੁਕਤੀ ਮਾਫੀ ਔਰ ਸਵਰਗ ਦਾ ਜੋ ਸਾਨੂੰ ਟਿਕਟ ਮਿਲਦਾ ਆ। ਸੋ ਪ੍ਰਭੂ ਤੁਹਾਨੂੰ ਬਰਕਤ ਦੇਵੇ। ਹੁਣ ਅਸੀਂ ਪਹਿਲਾ ਗੀਤ ਇਹ ਜੋ ਪ੍ਰਭੂ ਦਾ ਜਿਹੜੇ ਲੋਕ ਹੁੰਦੇ ਹੋਏ ਰਲ ਕੇ ਜੋ ਸਕਰੀਨ 'ਤੇ ਆਊਗਾ ਉਹਦੇ ਵਿੱਚ ਸ਼ਾਮਲ ਹੋਣਾ ਆ। ਸੋ ਅਸੀਂ ਇਹ ਗੀਤ 'ਚ ਹਿੱਸਾ ਲਈਏ। Yeah.
करेगा तैनू सब जो तेरे दिल दी है मुराद, पूरा करेगा वो तेरा मतलब जरा जरा। गावांगे गीत या रब्बा तेरी नजात दा, झंडा करांगे अपने ही खुदावन दा खड़ा। दरखास्तां हो तेरियां पूरियां करेगा, अपनी जनाब पाक तो याकूब दा खुदा। दुखां दे वेले तेरी यहोवा सुने दुआ, इज़्ज़त तेरी ਵਧਾਵੇਗਾ ਯਾਕੂਬ ਦਾ ਖੁਦਾ। ਆਓ ਅਸੀਂ ਹੁਣ ਪ੍ਰਾਰਥਨਾ ਦੇ ਵਿੱਚ ਆਵਾਂਗੇ। ਸਵਰਗੀ ਪਿਤਾ ਜ਼ਿੰਦਾ ਪਰਮੇਸ਼ਰ, ਸੱਚਮੁੱਚ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਉਪਾਸਨਾ ਦੇ ਯੋਗ ਪਰਮੇਸ਼ਰ ਆ, ਕਿਉਂਕਿ ਤੁਸੀਂ ਆਪਣੇ ਪੁੱਤਰ ਨੂੰ ਭੇਜ ਕੇ ਇਸ ਦੁਨੀਆ ਵਿੱਚ ਇੰਤਜ਼ਾਮ ਕੀਤਾ ਇਨਸਾਨ ਦੇ ਵਾਸਤੇ। ਔਰ ਜੋ ਪੁਰਾਣੇ ਨਿਯਮ ਦੇ ਵਿੱਚ ਕੁਰਬਾਨੀਆਂ ਦੀ ਗੱਲ ਹੋਈ ਸੀਗੀ, ਉਹ ਸਾਰਾ ਕੁਝ ਪ੍ਰਭੂ ਯਿਸੂ ਮਸੀਹ ਨੇ ਸਲੀਬ ਦੇ ਉੱਤੇ ਸਾਡੇ ਵਾਸਤੇ ਪੂਰਾ ਕਰਤਾ ਪਰ ਜੀ। ਔਰ ਇਸੇ ਕਰਕੇ ਅਸੀਂ ਹੁਣ ਜੋ ਸਾਡੇ ਪਾਪ ਗਲਤੀਆਂ ਗੁਨਾਹ ਤੁਸੀਂ ਰੋਜ਼ਾਨਾ ਜ਼ਿੰਦਗੀ 'ਚ ਮਾਫ ਕਰਦੇ ਹਾਂ, ਔਰ ਤੁਹਾਡਾ ਧੰਨਵਾਦ ਕਰਦੇ ਹਾਂ ਪਰ ਜੀ। ਔਰ ਇਸ ਵੇਲੇ ਜੋ ਇਸ ਦੁਨੀਆ 'ਚ ਅਸੀਂ ਰਹਿੰਦੇ ਹੋਏ ਲੋੜਵੰਦ ਲੋਕ, ਔਰ ਖਾਸ ਕਰ ਜੋ ਹਾਲਾਤ ਦੁਨੀਆ ਦੇ ਇਸ ਵੇਲੇ ਜੋ ਵਾਰਿਸ ਦਾ ਕਰਕੇ ਹੈਗੇ ਆ, ਪਰ ਵੀ ਤੁਹਾਡੇ ਹਜ਼ੂਰ ਆਉਂਦੇ ਹਾਂ ਔਰ ਪ੍ਰਾਰਥਨਾ ਕਰਦੇ ਹਾਂ। ਭਾਈ ਮਾਈਕਲ ਭੈਣ ਗੀਤਾ ਦਾ ਬ੍ਰਦਰ ਜੋ ਸਰਜਰੀ ਹੋਈ ਉਹਦੀ ਲੱਤ ਦੀ, ਪਰ ਜੀ ਤੁਸੀਂ ਉਹਨੂੰ ਚੰਗੀ ਸਿਹਤ ਆਉਣ ਵਾਲੇ ਸਮੇਂ 'ਚ ਦੇਣੀ। ਔਰ ਭੈਣ ਬਿਮਲਾ ਪ੍ਰਭੂ ਜੀ, ਕਿਸ ਤਰ੍ਹਾਂ ਉਹਨੇ ਦੋ ਆਪਣੇ ਘਰ ਦੇ ਜਿਹੜੇ ਜੀ ਆ ਇਸ ਵੇਲੇ ਖੋ ਬੈਠੇ ਆ, ਉਹਦਾ ਭਰਾ ਔਰ ਉਹਦਾ ਨੈਫਿਊ, ਪ੍ਰਭੂ ਜੀ ਤੁਸੀਂ ਉਸ ਪਰਿਵਾਰ ਨੂੰ ਸ਼ਾਂਤੀ ਤਸੱਲੀ ਦੇਣੀ। ਭਾਈ ਤਾਰਾ ਲਾਲ ਜਦੋਂ ਉਹਦੀ ਵੀ ਡੈਥ ਹੋਈ ਆ, ਪਰਿਵਾਰ ਵਾਸਤੇ ਉਹਨਾਂ ਨੂੰ ਵੀ ਪ੍ਰਭੂ ਜੀ। ਭਾਈ ਚਿਲੀ ਦੀ ਮਮ ਵੀ ਇਹਨਾਂ ਦਿਨਾਂ 'ਚ ਪੂਰੀ ਹੋਈ ਆ, ਔਰ ਸ਼ੁਕਰ ਕਰਦੇ ਹਾਂ ਕਿ ਪ੍ਰਭੂ ਜੀ ਉਹਨੇ ਇਕਰਾਰ ਕੀਤਾ ਤੁਹਾਡਾ ਇਸ ਧਰਤੀ ਛੱਡਣ ਤੋਂ ਪਹਿਲਾਂ ਪ੍ਰਭੂ ਜੀ। ਕਿਰਨ ਦੀ ਮਮ ਵਾਸਤੇ ਜੋ ਇਹ ਵਾਰਿਸ ਆ ਜਾਂ ਬਲਦਾ ਬ੍ਰਦਰ, ਹੋਰ ਕਈ ਜੋ ਅਸੀਂ ਸੁਣਦੇ ਹਾਂ ਪ੍ਰਭੂ ਜੀ। ਭੈਣ ਬਿਮਲਾ ਜੋ ਪਿਆਰਿਆ ਲਾਲ ਦੀ ਪਤਨੀ ਆ, ਔਰ ਜੋ ਪਿਆਰਾ ਲਾਲ ਵੀ ਅੱਗੇ ਨੂੰ ਠੀਕ ਹੋ ਰਿਹਾ ਪ੍ਰਭੂ ਜੀ, ਸ਼ੁਕਰ ਕਰਦੇ ਹਾਂ। ਔਰ ਜੋ ਕੀ ਵਰਕਰ ਆ ਚਰਚ ਦੇ ਪ੍ਰਭੂ ਜੀ, ਉਹਨਾਂ ਦੇ ਵਾਸਤੇ ਇਕੱਲੇ ਇਕੱਲੇ ਵਾਸਤੇ ਪ੍ਰਾਰਥਨਾ ਕਰਦੇ ਹਾਂ। ਔਰ ਅਗਰ ਕੋਈ ਸਾਡੇ ਵਿਚਕਾਰ ਇਸ ਵੇਲੇ ਦੁੱਖ ਮੁਸੀਬਤ ਪਰੇਸ਼ਾਨੀ 'ਚ ਆ, ਤੁਸੀਂ ਉਹਨਾਂ ਨੂੰ ਵੀ ਸੰਭਾਲਣਾ ਪ੍ਰਭੂ ਜੀ। ਔਰ ਜੋ ਦਵਾਈ ਚੱਲ ਰਹੀ ਆ ਹਾਲ ਮੁਲਕ ਦੇ ਵਿੱਚ ਕੋਵਿਡ ਦੀ ਪ੍ਰਭੂ ਜੀ, ਉਹ ਵੀ ਕਾਮਯਾਬ ਹੋਵੇ। ਬਹੁਤ ਸਾਰੇ ਲੋਕ ਤੁਹਾਨੂੰ ਜਾਣਨ, ਤੁਹਾਡੇ ਵੱਲ ਮੁੜਨ, ਔਰ ਪ੍ਰਭੂ ਜੀ ਇਸ ਸਮੇਂ ਨੂੰ ਯਾਦ ਰੱਖ ਸਕਣ ਕਿ ਤੁਹਾਡੇ ਵੱਲ ਮੁੜਨਾ ਇਨਸਾਨ ਦੇ ਵਾਸਤੇ ਭਲਾ ਆ। ਔਰ ਅੱਜ ਦਾ ਵਚਨ, ਅੱਜ ਦਾ ਜੋ ਵੀ ਇੰਤਜ਼ਾਮ ਹੈ ਪ੍ਰਭੂ ਜੀ, ਹਰ ਇੱਕ ਗੱਲ ਵਾਸਤੇ ਤੁਹਾਡਾ ਸ਼ੁਕਰ ਕਰਦੇ ਹਾਂ। ਤਰਜਮਾ ਕਰਨ ਦੇ ਵਿੱਚ ਤੁਹਾਡੇ ਵਚਨ ਦਾਸ ਨੇ ਖੁੱਲ੍ਹਣੇ, ਪਰ ਤੁਸੀਂ ਬਰਕਤ ਦੇਣੀ। ਸੁਣਨ ਵਾਲਿਆਂ ਨੂੰ ਹਰ ਇੱਕ ਨੂੰ ਤੁਹਾਡੀ ਮਹਿਮਾ ਤੇ ਵਡਿਆਈ ਵਿੱਚ ਸ਼ਾਮਲ ਕਰਦੇ ਹਾਂ, ਔਰ ਤੁਹਾਡੀਆਂ ਬਰਕਤਾਂ ਦੇ ਭਾਗੀਦਾਰ ਹੋਣ। ਇਹ ਮੰਗਦੇ ਹਾਂ ਸਾਰਾ ਕੁਛ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ, ਆਮੀਨ। ਹੁਣ ਇਸ ਹਫਤੇ ਦੇ ਥੋੜ੍ਹਾ ਜਿਹਾ ਜਿਹੜੇ ਨੋਟਿਸ ਆ ਉਹ ਫਰਕ ਆ, ਸੋ ਮਿਹਰਬਾਨੀ ਕਰਕੇ ਤੁਸੀਂ ਥੋੜ੍ਹਾ ਖਿਆਲ ਨਾਲ ਸੁਣਨਾ। ਅੱਜ ਸ਼ਾਮ ਨੂੰ ਮੀਟਿੰਗ ਜ਼ੂਮ 'ਤੇ ਘਰ ਬੈਠੇ ਅਸੀਂ ਜਿਸ ਤਰ੍ਹਾਂ ਕਰਦੇ ਹੁੰਦੇ ਇਸ ਤਰ੍ਹਾਂ ਕਰਾਂਗੇ। ਅੱਜ ਸ਼ਾਮੀ ਅਸੀਂ ਜੋ ਪ੍ਰਭੂ ਦੇ ਭੋਜ 'ਚ ਹਿੱਸਾ ਲੈਣਾ ਆ, ਸੋ ਤੁਸੀਂ ਮਿਹਰਬਾਨੀ ਕਰਕੇ ਜੋ ਰੋਟੀ ਆ ਜਾਂ ਕੋਈ ਲਾਲ ਰੰਗ ਦਾ ਡਰਿੰਕ ਜਾਂ ਰਾਏ ਬਿਨਾ ਤੁਸੀਂ ਥੋੜ੍ਹਾ ਜਿਹਾ ਨਾਲ ਰੱਖ ਲੈਣਾ, ਅਤੇ ਅਸੀਂ ਰਲ ਕੇ ਪ੍ਰਭੂ ਦੇ ਮੇਜ਼ 'ਚ ਹਿੱਸਾ ਲਵਾਂਗੇ। ਇਸ ਹਫ਼ਤੇ ਮੰਗਲਵਾਰ ਜੋ ਪੰਜਾਬੀ ਪ੍ਰਾਰਥਨਾ ਦੀ ਮੀਟਿੰਗ ਹੁੰਦੀ ਆ ਉਹ ਨਹੀਂ ਕਰਾਂਗੇ, ਪਰ ਸਾਰੇ ਭੈਣ ਭਾਈ ਰਲ ਕੇ ਅੰਗਰੇਜ਼ੀ ਵਾਲੇ ਪੰਜਾਬੀ ਵਾਲੇ ਬੁੱਧਵਾਰ ਨੂੰ 7 ਵਜੇ ਜ਼ੂਮ 'ਤੇ ਅਸੀਂ ਮੀਟਿੰਗ ਕਰਾਂਗੇ। ਔਰ ਜਿਸ ਤਰ੍ਹਾਂ ਇਮੈਨੂਅਲ ਬਾਈਬਲ ਸਕੂਲ ਇੱਕ ਟਾਈਮ 'ਤੇ ਹੁੰਦਾ ਸੀਗਾ, ਭਾਈ ਡਿਗਿਆਈ ਨਾਲ ਦੇਖਦੇ ਹੁੰਦੇ ਆ, ਪਰ ਬਹੁਤ ਸਾਦਗੀ ਦੇ ਨਾਲ ਪ੍ਰਭੂ ਦਾ ਵਚਨ ਸਮਝਾਉਂਦੇ ਹੁੰਦੇ ਆ।
सो अच्छी गल है, ये सारे असीं रल के ये शामिल होइए। शनिचरवार नूं 11 बजे जो संडे स्कूल आ बच्चों का वो होगा, और मापियां वास्ते ये तकीद है कि तुसीं बच्चों नूं उहदे विच शामिल करो। प्रभु की मर्जी हुई तो असीं अगले ऐतवार ऑनलाइन सर्विस दे विच सुबह शामिल होवांगे, और 5 बजे जिहड़ी आ शाम नूं ऐतवार वो जूम दे उत्ते मीटिंग फिर होगी। और जिस तरह जो ऐलान हैगे आ तुसीं इन्हां दा ख्याल रखना। और हुण जो अज दा प्रभु दा वचन है वो पढ़ना सी रोमियां दी किताब उहदा पहला अध्याय 18 तो 28 आयत असीं देखना आ। रोमियां उहदा पहला अध्याय 18 तो 28 असीं पढ़ांगे। ਜਿਹੜੇ ਮਨੁੱਖ ਸੱਚਾਈ ਨੂੰ ਕੁਧਰਮ ਨਾਲ ਦਬਾਈ ਰੱਖਦੇ ਹਨ, ਉਹਨਾਂ ਦੀ ਸਾਰੀ ਬੇਦੀਨੀ ਕੁਧਰਮ ਉੱਤੇ ਪਰਮੇਸ਼ਰ ਦਾ ਕ੍ਰੋਧ ਤਾਂ ਆਕਾਸ਼ੋਂ ਪ੍ਰਗਟ ਹੋਇਆ। ਕਿਉਂ ਜੋ ਪਰਮੇਸ਼ਰ ਦੇ ਵਿਖੇ ਜੋ ਕੁਝ ਮਾਲੂਮ ਹੋ ਸਕਦਾ ਹੈ ਸੋ ਉਹਨਾਂ ਵਿੱਚ ਪ੍ਰਕਾਸ਼ ਹੈ। ਇਸ ਲਈ ਜੋ ਪਰਮੇਸ਼ਰ ਨੇ ਉਹਨਾਂ ਉੱਤੇ ਕੀਤਾ, ਕਿਉਂਕਿ ਜਗਤ ਦੇ ਉਤਪਨ ਹੋਣ ਤੋਂ ਉਹਦਾ ਅਣਡਿੱਠ ਸੁਭਾਅ ਅਰਥਾਤ ਉਹਦੀ ਅਨਾਦੀ ਸਮਰਥਾ ਅਤੇ ਈਸ਼ਵਰਤਾਈ ਉਹਦੀ ਰਚਨਾ ਤੋਂ ਚੰਗੀ ਤਰ੍ਹਾਂ ਦਿਸ ਪੈਂਦੀ ਹੈ। ਇਸ ਕਰਕੇ ਉਹਨਾਂ ਦੇ ਲਈ ਕੋਈ ਉਜ਼ਰ ਨਹੀਂ, ਭਾਵੇਂ ਉਹਨਾਂ ਨੇ ਪਰਮੇਸ਼ਰ ਨੂੰ ਜਾਣ ਲਿਆ, ਪਰ ਤਾਂ ਵੀ ਪਰਮੇਸ਼ਰ ਦੇ ਯੋਗ ਵਡਿਆਈ ਨਾ ਕੀਤੀ, ਨਾ ਉਹਦਾ ਧੰਨਵਾਦ ਕੀਤਾ, ਸਗੋਂ ਆਪਣੀਆਂ ਸੋਚਾਂ ਵਿੱਚ ਨਿਕੰਮੇ ਬਣ ਗਏ ਅਤੇ ਉਹਨਾਂ ਦੇ ਬੁੱਧਹੀਣ ਮਨ ਹਨੇਰੇ ਹੋ ਗਏ। ਉਹ ਆਪ ਨੂੰ ਬੁੱਧਵਾਨ ਮੰਨ ਕੇ ਮੂਰਖ ਬਣ ਗਏ ਅਤੇ ਅਬਿਨਾਸ਼ੀ ਪਰਮੇਸ਼ਰ ਦੇ ਪ੍ਰਤਾਪ ਨੂੰ ਨਾਸ਼ਵਾਨ ਮਨੁੱਖ ਅਤੇ ਪੰਛੀਆਂ ਅਤੇ ਚੌਪਾਇਆਂ ਅਤੇ ਕਿਸਰਨ ਵਾਲੇ ਜੀਆ ਜੰਤੂ ਦੇ ਰੂਪ ਦੀ ਮੂਰਤ ਨਾਲ ਵਟਾ ਦਿੱਤਾ ਹੈ। ਇਸ ਕਾਰਨ ਪਰਮੇਸ਼ਰ ਨੇ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਬੁਰੇ ਵਿਸ਼ਿਆਂ ਵਿੱਚ ਗੰਦਮੰਦ ਦੇ ਵਸ ਕਰ ਦਿੱਤਾ, ਬਈ ਉਹਨਾਂ ਦੇ ਸਰੀਰ ਆਪੋ ਆਪਣੀ ਵਿੱਚ ਬੇਪੱਤੀ ਹੋ ਜਾਣ। ਉਹਨਾਂ ਨੇ ਪਰਮੇਸ਼ਰ ਦੀ ਸੱਚਾਈ ਨੂੰ ਝੂਠ ਨਾਲ ਵਟਾ ਦਿੱਤਾ ਅਤੇ ਕਰਤਾਰ ਜਿਹੜਾ ਜੁਗੋ ਜੁਗ ਧਨ ਹੈ ਆਮੀਨ ਨੂੰ ਛੱਡ ਕੇ ਸ੍ਰਿਸ਼ਟੀ ਦੀ ਉਪਾਸਨਾ ਕੀਤੀ। ਇਸੇ ਕਾਰਨ ਪਰਮੇਸ਼ਰ ਨੇ ਉਹਨਾਂ ਨੂੰ ਨੀਚ ਵਾਸ਼ਨਾ ਦੇ ਵਸ ਵਿੱਚ ਕਰ ਦਿੱਤਾ, ਕਿਉਂ ਜੋ ਉਹਨਾਂ ਦੀ ਨਾਰਾਂ ਨੇ ਆਪਣੇ ਸੁਭਾਵਕ ਕੰਮ ਨੂੰ ਉਹਨਾਂ ਦੇ ਨਾਲ ਵਟਾ ਦਿੱਤਾ ਜਿਹੜਾ ਸੁਭਾਅ ਦੇ ਵਿਰੁੱਧ ਹੈ। ਇਸੇ ਤਰ੍ਹਾਂ ਨਰ ਵੀ ਨਾਰੀਆਂ ਨਾਲ ਸੁਭਾਵਕ ਕੰਮ ਛੱਡ ਕੇ ਆਪੋ ਵਿੱਚ ਆਪਣੀ ਕਾਮਨਾ ਵਿੱਚ ਸੜ ਗਏ। ਨਰਾਂ ਨੇ ਨਰਾਂ ਨਾਲ ਮੁਕਾਲਮ ਦੇ ਕੰਮ ਕੀਤੇ ਅਤੇ ਆਪਣੇ ਵਿੱਚ ਭੁੱਲ ਦੇ ਯੋਗ ਫਲ ਭੋਗਿਆ। ਜਿਵੇਂ ਪਰਮੇਸ਼ਰ ਨੂੰ ਆਪਣੀ ਪਛਾਣ ਵਿੱਚ ਰੱਖਣਾ ਉਹਨਾਂ ਨੂੰ ਚੰਗਾ ਨਾ ਲੱਗਾ, ਉਵੇਂ ਪਰਮੇਸ਼ਰ ਨੇ ਉਹਨਾਂ ਨੂੰ ਮੰਦੀ ਬੁੱਧ ਦੇ ਵਸ ਕਰ ਦਿੱਤਾ ਵੀ ਨਖਿੱਧ ਕੰਮ ਕਰਨ। ਆਮੀਨ। ਇਸ ਤੋਂ ਪਹਿਲਾਂ ਕਿ ਪ੍ਰਭੂ ਦਾ ਦਾਸ ਆ ਕੇ ਇਹਨਾਂ ਵਚਨਾਂ ਨੂੰ ਖੋਲ੍ਹਣ, ਅਸੀਂ ਰਲ ਕੇ ਜੋ ਸਕਰੀਨ ਦੇ ਉੱਤੇ ਗੀਤ ਆਊਗਾ ਉਹਦੇ ਵਿੱਚ ਸਾਰੇ ਸ਼ਾਮਲ ਹੋਵਾਂਗੇ। What is our hope in life and death? Christ alone, Christ alone. What is our only confidence? That our souls to Him belong, who holds our days within His hand. What comes apart from His command, and what will keep us to the end? The love of Christ in which we stand. Oh, sing hallelujah, our hope springs eternal. Oh, sing hallelujah, now and ever we confess, Christ our hope in life and death.
truth can calm thy troubled soul. God is good, God is good. Where is his grace and goodness known? In our great Redeemer's blood, who holds our faith when fears arise, who stands above the stormy trial, who sends the waves that bring us nigh unto the shore, the rock of Christ. Oh, sing hallelujah, our hope springs eternal. Oh, sing hallelujah, now and ever we confess Christ our hope in life and death. Unto the grave, what shall we sing? Christ he lives, Christ he lives, and what reward will heaven bring? Everlasting life with him, there we will rise to meet the Lord, then sin and death will be destroyed, and we will feast in endless joy, and Christ is ours forevermore. Forevermore, sing hallelujah, our hope springs eternal. Oh, sing hallelujah, now and ever we confess Christ our hope in life and death. Oh, sing hallelujah, our hope springs eternal. Oh, sing hallelujah, now and ever we confess Christ our hope in life and death. Now and ever we confess Christ our hope in life and death. Last week we looked at the sixth I am statement found in the Gospel of John, which is probably the most controversial of all the I am statements. ਪਿਛਲੇ ਹਫਤੇ ਅਸੀਂ ਯੂਹੰਨਾ ਦੀ ਇੰਜੀਲ ਦੇ ਵਿੱਚੋਂ ਦੇਖਿਆ ਸੀਗਾ 6 ਦਫਾ ਜਿੱਥੇ ਪ੍ਰਭੂ ਯਿਸੂ ਮਸੀਹ ਨੇ ਮੈਂ ਹਾਂ ਕਿਹਾ ਹੈਗਾ ਉਹ ਜਿਹੜੀ ਗੱਲ ਹੈਗੀ ਉਹ ਸਭ ਤੋਂ ਅਹਿਮ ਗੱਲ ਹੈਗੀ ਆ Why is it controversial? ਕਿਉਂ ਅਹਿਮ ਹੈਗੀ ਸਭ ਤੋਂ It's because Jesus said in John chapter 14 and verse 6, I am the way, the truth and the life. No one comes to the Father except through me. ਯੂਹੰਨਾ 14:6 ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਰਾਹ ਹੱਕ ਔਰ ਸੱਚਾਈ ਮੈਂ ਹੈਗਾ ਕੋਈ ਵੀ ਮੇਰੇ ਤੋਂ ਸਿਵਾਏ ਪਰਮੇਸ਼ਰ ਦੇ ਕੋਲ ਨਹੀਂ ਆਉਂਦਾ ਹੈਗਾ Jesus here is making a claim to exclusivity. ਅਤੇ ਪ੍ਰਭੂ ਯਿਸੂ ਮਸੀਹ ਦਾਅਵਾ ਦਿੰਦੇ ਆ ਕਿ ਕੱਲਾ ਮੈਂ ਹੀ ਆ That there is only one God and only one way to him. ਇੱਕੋ ਹੀ ਪਰਮੇਸ਼ਵਰ ਆ ਔਰ ਇੱਕੋ ਹੀ ਰਾਹ ਹੈਗਾ ਉਸ ਪਰਮੇਸ਼ਵਰ ਦੇ ਤੀਕਰ ਪਹੁੰਚਣ ਦਾ And that is through Jesus Christ ਉਹ ਹੈਗਾ himself. ਪ੍ਰਭੂ ਯਿਸੂ ਮਸੀਹ ਦੇ ਦੁਆਰਾ Which is not very popular in the multicultural and global world we live in today. ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਇਹ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਹੈਗਾ ਗੱਲ ਕਹਿਣੀ ਇਹ ਗੱਲ So last week we tried to deal with this popular objection that people have when they ask, how can you possibly say there is only one way to God? ਪਿਛਲੇ ਹਫ਼ਤੇ ਅਸੀਂ ਕਿਹਾ ਦੱਸਿਆ ਸੀਗਾ ਕਿਸ ਤਰ੍ਹਾਂ ਅਸੀਂ ਲੋਕਾਂ ਨੂੰ ਜਵਾਬ ਦੇ ਸਕਦੇ ਹੈਗੇ ਆ ਜਿਹੜੇ ਕਹਿੰਦੇ ਆ ਕਿ ਤੁਸੀਂ ਕਿੱਦਾਂ ਕਹਿੰਦੇ ਆ ਕਿ ਪ੍ਰਭੂ ਯਿਸੂ ਮਸੀਹ ਇਕੱਲਾ ਹੀ ਰਾਹ ਹੈਗਾ ਪਰਮੇਸ਼ਰ ਕੋਲ ਜਾਣ ਦਾ Because there are so many different cultures and people groups and nationalities and religions. ਕਹਿੰਦੇ ਬਹੁਤ ਸਾਰੇ ਧਰਮ ਹੈਗੇ ਆ
ਬਹੁਤ ਸਾਰੇ ਸਮਾਜ ਹੈਗੇ ਆ, ਬਹੁਤ ਸਾਰੇ ਫਰਕ ਲੋਕ ਹੈਗੇ ਆ, ਬਹੁਤ ਸਾਰੇ ਫਰਕ ਗੱਲਾਂ ਹੈਗੀਆਂ। But this truth also ਪਰ ਇਹ ਸੱਚਾਈ ਇੱਕ ਹੋਰ ਗੱਲ ਆ, raises another objection, maybe an even more important and powerful objection. ਇਹ ਸੱਚਾਈ ਤੇ ਇੱਕ ਹੋਰ ਗੱਲ ਖੜੀ ਹੁੰਦੀ ਆ। ਉਹ ਜਿਹੜੀ ਗੱਲ ਹੈਗੀ ਆ ਉਹ ਵੱਡੀ ਅਹਿਮ ਗੱਲ ਹੈਗੀ ਆ ਔਰ ਬੜੀ ਜ਼ਬਰਦਸਤ ਗੱਲ ਆ। And the objection is this. ਗੱਲ ਇਹ ਆ Well, if Christ is the only way to God, ਕਿ ਜੇ ਪ੍ਰਭੂ ਯਿਸੂ ਮਸੀਹ ਹੀ ਇਕੱਲਾ ਰਾਹ ਹੈਗੇ ਆ ਪਿਤਾ ਪਰਮੇਸ਼ਰ ਤੱਕ ਪਹੁੰਚਣ ਦਾ, what will happen to those who have never heard of Christ, never heard the gospel? ਉਹਨਾਂ ਦਾ ਕੀ ਹੋਊਗਾ ਜਿਨ੍ਹਾਂ ਨੇ ਕਦੇ ਇੰਜੀਲ ਸੁਣੀ ਨਹੀਂ ਹੈਗੀ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਪ੍ਰਭੂ ਯਿਸੂ ਮਸੀਹ ਕੌਣ ਹੈਗੇ ਆ? Those who have never had the opportunity to believe, what about them? ਜਿਨ੍ਹਾਂ ਨੂੰ ਕਦੇ ਮੌਕਾ ਹੀ ਨਹੀਂ ਮਿਲਿਆ ਵਿਸ਼ਵਾਸ ਕਰਨ ਦਾ, ਉਹਨਾਂ ਦਾ ਕੀ ਹੋਊਗਾ? Now, it's right and proper and legitimate to ask these questions. ਇਹ ਸਵਾਲ ਪੁੱਛਣਾ ਵਾਜਬ ਆ, ਸਹੀ ਆ ਔਰ ਪੱਕਾ ਹੈਗਾ। People will say, well, what about people who live in primitive cultures? ਲੋਕੀ ਕਹਿਣਗੇ ਉਹਨਾਂ ਬਾਰੇ ਫਿਰ ਤੁਹਾਡਾ ਕੀ ਖਿਆਲ ਹੈ ਜਿਹੜੇ ਲੋਕੀ ਕੱਲੇ ਜਾ ਕੇ ਕਿਤੇ ਦੂਰ ਦਰਾਂਡੇ ਰਹਿੰਦੇ ਹੈਗੇ ਆ, Out in the jungle and technology has not reached them. ਜੰਗਲਾਂ ਵਿੱਚ And they ਰਹਿੰਦੇ ਆ। have no chance of ever reading the Bible. ਜੰਗਲਾਂ ਵਿੱਚ ਰਹਿੰਦੇ ਹੈਗੇ ਆ, ਸਭ ਤੋਂ ਅਲੱਗ ਹੋ ਕੇ ਰਹਿੰਦੇ ਆ, ਜਿਹਨਾਂ ਕੋਲ ਟੈਕਨੋਲੋਜੀ ਹੈ ਨਹੀਂ, ਉਹਨਾਂ ਕੋਲ ਕੀ ਮੌਕਾ ਹੈਗਾ ਕਿ ਪ੍ਰਭੂ ਦਾ ਵਚਨ ਸੁਣਨ ਦਾ ਜਾਂ ਪੜ੍ਹਨ ਦਾ? What about all those throughout the history of the world? Again, when technology did not exist, and of course they had no opportunity to hear about Jesus. ਦੁਨੀਆ ਦੇ ਇਤਿਹਾਸ ਦੇ ਵਿੱਚ ਉਹਨਾਂ ਲੋਕਾਂ ਦੇ ਬਾਰੇ ਜਿਨ੍ਹਾਂ ਦੇ ਕੋਲ ਅੱਜ ਕੱਲ੍ਹ ਦੀ ਸੁਵਿਧਾ ਨਹੀਂ ਸੀਗੀ, ਜਿਨ੍ਹਾਂ ਲੋਕਾਂ ਨੇ ਪ੍ਰਭੂ ਦਾ ਵਚਨ ਸੁਣਿਆ ਹੀ ਨਹੀਂ ਹੈਗਾ, ਉਹਨਾਂ ਦਾ ਕੀ ਹੋਊਗਾ? People may say something like this. ਸ਼ਾਇਦ ਲੋਕੀ ਇਸ ਤਰ੍ਹਾਂ ਕਹਿਣ, Look, okay, even if I believe that Jesus is the only way to God, ਫਰਜ਼ ਕਰ ਲਓ ਕਿ ਜੇ ਮੈਂ ਵਿਸ਼ਵਾਸ ਕਰ ਲਵਾਂ ਕਿ ਇਕੱਲਾ ਪ੍ਰਭੂ ਯਿਸੂ ਮਸੀਹ ਹੀ ਰਾਹ ਹੈਗਾ ਪਰਮੇਸ਼ਰ ਤੱਕ ਪਹੁੰਚਣ ਦਾ, I can accept that he has the right to judge people if they had the opportunity to believe the gospel. ਮੈਂ ਇਸ ਗੱਲ ਨੂੰ ਕਬੂਲ ਕਰ ਸਕਦਾ ਕਿ ਪ੍ਰਭੂ ਦੇ ਕੋਲ ਉਹਨਾਂ ਲੋਕਾਂ ਦਾ ਇਨਸਾਫ ਕਰਨ ਦਾ ਹੱਕ ਹੈਗਾ ਜੇ ਉਹਨਾਂ ਲੋਕਾਂ ਨੇ ਸੁਣਿਆ ਹੋਵੇ ਪ੍ਰਭੂ ਦਾ ਵਚਨ ਤਾਂ। And they willfully rejected it. ਸੁਣ ਕੇ ਉਹਨਾਂ ਨੇ ਜਾਣ ਬੁੱਝ ਕੇ ਆਪਣੇ ਹੋਸ਼ ਹਵਾਸ ਦੇ ਵਿੱਚ ਇਨਕਾਰ ਕੀਤਾ ਹੋਵੇ। But how can you say it's fair of God to judge and condemn people who have never heard and never had the opportunity? ਪਰ ਤੁਸੀਂ ਕਿੱਦਾਂ ਕਹਿ ਸਕਦੇ ਆ ਕਿ ਇਹ ਸਹੀ ਗੱਲ ਆ ਕਿ ਪ੍ਰਭੂ ਉਹਨਾਂ ਦਾ ਇਨਸਾਫ ਕਰੇ ਜਿਨ੍ਹਾਂ ਨੇ ਕਦੇ ਵਚਨ ਸੁਣਿਆ ਨਹੀਂ ਹੈਗਾ, ਜਿਨ੍ਹਾਂ ਨੂੰ ਕਦੇ ਮੌਕਾ ਹੀ ਨਹੀਂ ਮਿਲਿਆ ਹੈਗਾ ਪ੍ਰਭੂ ਦਾ ਵਚਨ ਸੁਣਨ ਦਾ? Now, people really struggle with this. ਇਹ ਗੱਲ ਨੂੰ ਲੈ ਕੇ ਲੋਕਾਂ ਨੂੰ ਬੜਾ ਮੁਸ਼ਕਿਲ ਲੱਗਦਾ ਸਮਝਣਾ। And I must confess, when I first became a Christian, ਭਾਈ ਕਹਿੰਦੇ ਇਕਰਾਰ ਕਰਦਾ ਕਿ ਜਦੋਂ ਮੈਂ ਪਹਿਲਾਂ ਵਿਸ਼ਵਾਸ ਕੀਤਾ, I myself struggled with this question. ਮੈਨੂੰ ਵੀ ਸਵਾਲ ਦੇ ਨਾਲ ਬੜੀ ਮੁਸ਼ਕਿਲ ਲੱਗੀ। And I used to think to myself, well, maybe God will give them a second chance. ਮੈਂ ਸੋਚਿਆ ਕਿ ਸ਼ਾਇਦ ਪ੍ਰਭੂ ਉਹਨਾਂ ਲੋਕਾਂ ਨੂੰ ਦੂਸਰਾ ਮੌਕਾ ਦੇਊਗਾ। But my questions and my struggles all disappeared when I understood Romans chapter 1 and 2. ਪਰ ਜਦੋਂ ਮੈਂ ਰੋਮੀਆਂ ਪਹਿਲਾ ਦੂਸਰਾ ਚੈਪਟਰ ਪੜ੍ਹਿਆ, ਉਸ ਵੇਲੇ ਮੇਰੇ ਸਾਰੇ ਸਵਾਲ, ਮੇਰੀਆਂ ਸਾਰੀਆਂ ਗੱਲਾਂ ਦਾ ਜਵਾਬ ਮੈਨੂੰ ਮਿਲ ਗਿਆ। Because this is what Paul is confronting, and it's interesting the way he deals with this ਅਤੇ question. ਪੌਲਸ ਇਹਨਾਂ ਗੱਲਾਂ ਦਾ ਸਾਹਮਣਾ ਕਰ ਰਿਹਾ ਹੈਗਾ, ਪੌਲਸ ਇਹਨਾਂ ਗੱਲਾਂ ਦਾ ਜਵਾਬ ਦੇ ਰਿਹਾ ਹੈਗਾ। Now, we have looked at this on a number of occasions in the past. ਅਸੀਂ ਕਈ ਦਫਾ ਬੀਤੇ ਸਮੇਂ 'ਚ ਅਸੀਂ ਇਹਨਾਂ ਗੱਲਾਂ ਨੂੰ ਦੇਖ ਚੁੱਕੇ ਹਾਂ। But it's worth looking again as part of this series. ਪਰ ਫਾਇਦਾ ਹੈਗਾ ਦੁਬਾਰਾ ਦੇਖਣ ਦਾ ਇਸ ਮਜ਼ਮੂਨ ਦੇ ਅਨੁਸਾਰ। Now, here in Romans chapter 1 verse 18 to chapter 3 verse 20, ਰੋਮੀਆਂ 1:18 ਤੋਂ ਲੈ ਕੇ ਤੀਸਰਾ ਚੈਪਟਰ 20 ਤੱਕ Paul masterfully begins to present an argument. ਪੌਲਸ ਇੱਕ ਬੜੀ ਜ਼ਬਰਦਸਤ ਦਲੀਲ ਪੇਸ਼ ਕਰਦਾ। He wants to demonstrate, he wants to prove that everyone needs the gospel, everyone needs to hear of Jesus Christ. ਪੌਲਸ ਦੱਸਦਾ ਹਰੇਕ ਨੂੰ ਇੰਜੀਲ ਚਾਹੀਦੀ ਆ, ਹਰੇਕ ਨੂੰ ਇੰਜੀਲ ਸੁਣਨ ਦੀ ਲੋੜ ਹੈਗੀ ਆ। And he explains why. ਉਹ ਦੱਸਦਾ ਕਿਉਂ। In Romans chapter 3 verse 10 to 18. ਰੋਮੀਆਂ 3 1 ਤੋਂ 18 His argument is that there is none righteous. ਕਹਿੰਦਾ ਕਿ ਕੋਈ ਵੀ ਰਾਸਤਬਾਜ਼ ਨਹੀਂ ਹੈਗਾ। Chapter 3 verse 10. ਤੀਸਰਾ ਚੈਪਟਰ 10ਵੀਂ ਆਇਤ। That's his conclusion. ਇੱਕ ਅੰਤ ਨਤੀਜਾ ਹੈ ਆ। And he argues, well, if there is none righteous, then everybody needs to hear the gospel. ਕਹਿੰਦਾ ਕਿ ਜੇ ਕੋਈ ਰਾਸਤਬਾਜ਼ ਹੀ ਹੈ ਨਹੀਂ ਤਾਂ ਫਿਰ ਸਾਰਿਆਂ ਨੂੰ ਲੋੜ ਹੈਗੀ ਹੈ ਵਚਨ ਸੁਣਨ ਦੀ।
And he argues ਬਹਿਸ ਕਰਦਾ that even those who have not heard ਕਿ ਜਿਨ੍ਹਾਂ ਨੇ ਵਚਨ ਸੁਣਿਆ ਵੀ ਨਹੀਂ ਹੈਗਾ of the true God, ਸੱਚੇ ਪਰਮੇਸ਼ਰ ਦਾ ਵਚਨ ਜਿਨ੍ਹਾਂ ਨੇ ਸੁਣਿਆ ਹੀ ਨਹੀਂ ਕਦੇ, that is pagans, ਉਹ ਜਿਹੜੇ ਗੈਰ ਕੌਮੀ ਲੋਕ ਆ, he says they are guilty before God. ਉਹ ਦੋਸ਼ੀ ਹੈ ਰੱਬ ਦੇ ਅੱਗੇ। He argues that in verse 18 to 32, 18 ਤੋਂ 32 ਆਇਤ ਵਿੱਚ ਪੇਸ਼ ਕਰਦਾ ਦਲੀਲ, and also in parts of chapter 2. ਦੂਸਰੇ ਚੈਪਟਰ ਵਿੱਚ ਵੀ। But he also says those who have heard and know the truth and do not accept, ਪਰ ਕਹਿੰਦਾ ਜਿਨ੍ਹਾਂ ਨੇ ਸੁਣਿਆ ਵਚਨ ਸੁਣ ਕੇ ਜਿਨ੍ਹਾਂ ਨੇ ਕਬੂਲ ਨਹੀਂ ਕੀਤਾ ਹੈਗਾ, they are guilty and they need to repent as well. ਉਹ ਵੀ ਦੋਸ਼ੀ ਆ, ਉਹਨਾਂ ਨੂੰ ਵੀ ਪਾਪਾਂ ਦੀ ਮਾਫੀ ਮੰਗਣ ਦੀ ਲੋੜ ਆ। That's chapter 2 verse 17 to chapter 3 verse 8. ਦੂਸਰਾ ਚੈਪਟਰ 17 ਆਇਤ ਤੋਂ ਲੈ ਕੇ ਤੀਸਰੇ ਚੈਪਟਰ ਤੱਕ। So Paul here divides the whole world into two categories. ਪੌਲਸ ਅਤੇ ਦੁਨੀਆ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਰੱਖ ਦਿੰਦਾ। Those who haven't heard, ਪਹਿਲਾ ਹਿੱਸਾ ਉਹ ਲੋਕੀ ਜਿਨ੍ਹਾਂ ਨੇ ਕਦੇ ਪ੍ਰਭੂ ਦੇ ਵਚਨ ਸੁਣਿਆ ਹੀ ਨਹੀਂ ਹੈਗਾ, and those who have heard. ਔਰ ਉਹ ਲੋਕੀ ਜਿਨ੍ਹਾਂ ਨੇ ਸੁਣਿਆ ਹੈਗਾ। And it says, look, everybody ਕਹਿੰਦਾ ਹਰੇਕ ਲੋਕ, everybody stands guilty before God. ਹਰ ਇਨਸਾਨ ਪਰਮੇਸ਼ਰ ਦੇ ਅੱਗੇ ਦੋਸ਼ੀ ਖੜਾ ਹੈਗਾ। And they all need to hear of Christ ਸਾਰਿਆਂ ਨੂੰ ਲੋੜ ਹੈਗੀ ਆ ਪ੍ਰਭੂ ਯਿਸੂ ਮਸੀਹ ਦੇ ਬਾਰੇ ਸੁਣਨ ਦੀ, so that they can repent and believe and be forgiven and justified. ਤਾਂ ਕਿ ਪਾਪਾਂ ਤੋਂ ਮਾਫੀ ਮੰਗਣ, ਤੌਬਾ ਕਰਨ, ਵਿਸ਼ਵਾਸ ਕਰਨ, ਮੁਕਤੀ ਪਾਉਣ। Now, for our purposes this morning, we'll consider those who have not heard. ਅੱਜ ਸਵੇਰੇ ਅਸੀਂ ਉਹਨਾਂ ਲੋਕਾਂ ਨੂੰ ਦੇਖਾਂਗੇ ਜਿਨ੍ਹਾਂ ਨੇ ਪ੍ਰਭੂ ਦਾ ਵਚਨ ਕਦੇ ਸੁਣਿਆ ਹੀ ਨਹੀਂ ਹੈਗਾ। So the question is, how can a person who has not heard of God stand guilty before him and be judged? ਸਵਾਲ ਹੈਗਾ ਉਹ ਇਨਸਾਨ ਜਿਹਨੇ ਕਦੇ ਪਰਮੇਸ਼ਰ ਦਾ ਵਚਨ ਕਦੇ ਸੁਣਿਆ ਨਹੀਂ ਆਪਣੀ ਜ਼ਿੰਦਗੀ ਵਿੱਚ, ਉਹ ਕਿੱਦਾਂ ਪ੍ਰਭੂ ਦੇ ਅੱਗੇ ਖੜਾ ਹੋ ਕੇ ਦੋਸ਼ੀ ਠਹਿਰ ਸਕਦਾ? How does Paul deal with this? ਇਸ ਗੱਲ ਦਾ ਜਵਾਬ ਕਿੱਦਾਂ ਦਿੰਦਾ ਪੌਲਸ? Well, what Paul does is he asks, is there anyone on the face of the earth who does not have a knowledge of God? ਪੌਲਸ ਕਹਿੰਦਾ ਕਿ ਰੂਹੇ ਜ਼ਮੀਨ ਉੱਤੇ ਕੋਈ ਵੀ ਐਸਾ ਇਨਸਾਨ ਹੈਗਾ ਜਿਹਨੂੰ ਪਰਮੇਸ਼ਰ ਦੇ ਵਚਨ ਦਾ ਗਿਆਨ ਨਹੀਂ ਹੈਗਾ? It is true ਸੱਚੀ ਗੱਲ ਆ that if we are ignorant of God, ਕਿ ਅਸੀਂ ਜੇ ਪ੍ਰਭੂ ਦੀ ਗੱਲਾਂ ਤੋਂ ਨਾ ਵਾਕਫ ਹੋਈਏ, if we don't know of his existence, ਜੇ ਸਾਨੂੰ ਪਤਾ ਨਹੀਂ ਕਿ ਪਰਮੇਸ਼ਰ ਦੀ ਮੌਜੂਦਗੀ ਹੈ, it would be unfair of God to judge that person for something they don't know. ਫਿਰ ਤਾਂ ਗਲਤ ਹੋਊਗਾ ਕਿ ਪਰਮੇਸ਼ਰ ਉਸ ਇਨਸਾਨ ਦਾ ਇਨਸਾਫ ਕਰੇ ਜਿਹਨੇ ਕਦੇ ਸੁਣਿਆ ਨਹੀਂ, ਜਿਹਨੂੰ ਪਤਾ ਹੀ ਨਹੀਂ ਹੈਗਾ। If someone stopped me on the road ਜੇ ਕੋਈ ਮੈਨੂੰ ਰੋਕ ਕੇ ਸੜਕ ਤੇ ਤੁਰੇ ਜਾਂਦੇ ਨੂੰ, and they said they wanted a lift to a house, ਕਹੋਗੇ ਕਿ ਮੈਨੂੰ ਆਪਣੀ ਗੱਡੀ ਵਿੱਚ ਫਲਾਣੀ ਜਗ੍ਹਾ ਛੱਡਿਆ, and I took them, they said, look, we've moved house, I want to just collect some photos, family photos. ਜੋ ਕਹਿਣ ਵੀ ਮੈਂ ਮੂਵ ਹੋ ਚੁੱਕਿਆ ਹੈਗਾ, ਮੈਂ ਜਾ ਕੇ ਕੁਛ ਤੋਂ ਤਸਵੀਰਾਂ ਲੈਣੀਆਂ ਹੈਗੀ ਉਸ ਘਰ ਦੇ ਵਿੱਚੋਂ। And they went to the house, came back with a box, and then I dropped them off at their new house. ਘਰ ਦੇ ਵਿੱਚ ਗਏ, ਡੱਬਾ ਚੁੱਕ ਕੇ ਲਿਆਏ ਸਮਾਨ ਦਾ, ਤੇ ਮੈਂ ਉਹਨਾਂ ਨੂੰ ਉਹਨਾਂ ਦੇ ਨਵੇਂ ਘਰ ਛੱਡਿਆਂ ਦਾ। But all along what they did was they went into a house and they murdered someone, and the murder weapon was in the box. ਉਹਨਾਂ ਨੇ ਕੀ ਕੀਤਾ ਹੈਗਾ, ਉਹ ਉਸ ਘਰ 'ਚ ਜਾ ਕੇ ਉਹਨਾਂ ਨੇ ਕਿਸੇ ਦਾ ਖੂਨ ਕੀਤਾ, ਖੂਨ ਕਰਕੇ ਉਸ ਹਥਿਆਰ ਨੂੰ ਡੱਬੇ 'ਚ ਪਾ ਕੇ ਆਪਣੇ ਨਾਲ ਵਾਪਸ ਲਿਆਏ ਹੈਗੇ ਨਵੇਂ ਘਰ ਨੂੰ। And then they were taken to court and they were sentenced. ਉਹਨਾਂ ਨੂੰ ਕਚਹਿਰੀ ਵਿੱਚ ਲੈ ਗਏ, ਉੱਥੇ ਉਹਨਾਂ ਦਾ ਇਨਸਾਫ ਹੋ ਗਿਆ। Would it be right then for the judge to sentence me? ਕੀ ਸਹੀ ਹੋਊਗਾ ਕਿ ਜੱਜ ਭਾਈ ਜੋਜ ਨੂੰ ਵੀ ਕਵੇ ਕਿ ਤੂੰ ਵੀ ਉਹਨਾਂ ਮੁਜਰਮ ਆ? If I had no idea of what they were doing, ਜੇ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਉਹਨਾਂ ਨੇ ਕੀ ਕੀਤਾ ਹੈਗਾ ਜਾਂ ਕੀ ਕਰ ਰਹੇ ਹੈਗੇ I ਆ, was totally ignorant. I was only there to help. ਬਿਲਕੁਲ ਨਾਵਾਕਫ ਸੀਗਾ, ਮੈਨੂੰ ਪਤਾ ਹੀ ਨਹੀਂ ਉਹਨਾਂ ਨੇ ਕੀ ਕੀਤਾ ਹੈਗਾ, ਮੈਂ ਤੇ ਉੱਥੇ ਸਿਰਫ ਉਹਨਾਂ ਨੂੰ ਲੈ ਕੇ ਗਿਆ ਹੀ ਸੀਗਾ ਇਕੱਲਾ। You would say it would be wrong to judge the innocent party. ਤੁਸੀਂ ਕਹੋਗੇ ਕਿ ਗਲਤ ਹੈਗਾ ਇੱਕ ਨਿਰਦੋਸ਼ ਇਨਸਾਨ ਦੇ ਉੱਤੇ ਐਸਾ ਫੈਸਲਾ ਸੁਣਾਉਣਾ, If people don't know. ਜੇ ਪਤਾ ਹੀ ਨਹੀਂ ਲੋਕਾਂ ਨੂੰ। Therefore, is it right of God to condemn people who don't know? ਇਸ ਕਰਕੇ ਕੀ ਸਹੀ ਹੈਗਾ ਕਿ ਪਰਮੇਸ਼ਵਰ ਉਹਨਾਂ ਲੋਕਾਂ ਨੂੰ ਨਰਕ ਦੀ ਸਜ਼ਾ ਦੇਵੇ ਜਿਨ੍ਹਾਂ ਨੇ ਕਦੇ ਸੁਣਿਆ ਹੀ ਨਹੀਂ ਹੈਗਾ ਵਚਨ? Yes, it would be unfair ਹਾਂ, ਸਹੀ ਹੋਊਗਾ ਕਿ ਇਹ ਗਲਤ ਹੋਊਗਾ because they don't know. ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ। But Paul's argument here ਪਰ ਪੌਲਸ ਇੱਥੇ ਦਲੀਲ ਪੇਸ਼ ਕਰਦਾ is that everybody knows. ਕਿ ਸਾਰਿਆਂ ਨੂੰ ਪਤਾ ਹੈਗਾ, Everybody knows there's a God. ਹਰ ਇਨਸਾਨ ਨੂੰ ਪਤਾ ਕਿ ਰੱਬ ਹੈ।
Because there are two extremely loud and powerful voices ਦੋ ਬੜੀਆਂ ਜ਼ਬਰਦਸਤ ਉੱਚੀਆਂ ਆਵਾਜ਼ਾਂ ਹੈਗੀਆਂ that speak to everyone. ਜਿਹੜੀਆਂ ਹਰ ਇਨਸਾਨ ਦੇ ਨਾਲ ਗੱਲ ਕਰਦੀਆਂ Even if they don't have the Bible, even if they've never heard of Christ. ਚਾਹੇ ਉਹਨਾਂ ਕੋਲ ਬਾਈਬਲ ਹੈਗੀ ਜਾਂ ਨਹੀਂ ਹੈਗੀ, ਚਾਹੇ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਬਾਰੇ ਸੁਣਿਆ ਜਾਂ ਨਾ ਸੁਣਿਆ ਹੋਵੇ, Reveal to them that there is a God. ਉਹਨਾਂ ਦੇ ਅੱਗੇ ਜ਼ਾਹਿਰ ਕੀਤਾ ਗਿਆ ਕਿ ਪਰਮੇਸ਼ਵਰ ਹੈ। In theology, this is called general revelation because this is how God has generally revealed himself to everyone. ਇਹਨੂੰ ਕਿਹਾ ਜਾਂਦਾ ਆਮ ਮੁਕਾਸ਼ਫਾ। ਆਮ ਮੁਕਾਸ਼ਫਾ ਦੇ ਵਿੱਚ ਪਰਮੇਸ਼ਵਰ ਨੇ ਆਪਣੇ ਆਪ ਨੂੰ ਲੋਕਾਂ ਉੱਤੇ ਆਮ ਤਰੀਕੇ ਦੇ ਨਾਲ ਪ੍ਰਗਟ ਕੀਤਾ ਹੈਗਾ ਕਿ ਮੈਂ ਹਾਂ। So the question is, what are these two voices? ਸਵਾਲ ਇਹ ਹੈਗਾ ਕਿ ਇਹ ਦੋ ਆਵਾਜ਼ਾਂ ਕਿਹੜੀਆਂ ਹੈਗੀਆਂ? The first voice ਪਹਿਲੀ ਆਵਾਜ਼ is the voice of creation. ਸ੍ਰਿਸ਼ਟੀ ਦੀ, ਕਾਇਨਾਤ ਦੀ ਆਵਾਜ਼। Now, please follow carefully in your Bibles. ਆਪਣੀ ਬਾਈਬਲਾਂ ਗੌਰ ਨਾਲ ਪੜ੍ਹੋ, ਸੁਣੋ। If you turn to Romans ਜੇ ਅਸੀਂ ਦੇਖੀਏ ਰੋਮੀਆਂ chapter 1 verse 19 and 20, ਰੋਮੀਆਂ ਪਹਿਲਾ ਚੈਪਟਰ 19ਵੀਂ ਆਇਤ, it says in verse 19 ਕੀ ਲਿਖਿਆ 19 ਆਇਤ ਵਿੱਚ? that what may be known of God is manifest in them, for God has shown it to them. 19 आयत, क्योंकि जो कुछ खुदा की निस्बत मालूम हो सकता है वो उनका बातिन में ज़ाहिर है, इसलिए कि खुदा ने उनको दिया है। So how has God manifested himself to people everywhere? परमेश्वर ने किस तरह अपने आप ਨੂੰ हर इंसान उत्ते हर जगह ज़ाहिर किया हैगा। Look at verse 20, let's read it. For Yeah. since the creation of the world, his invisible attributes are clearly seen, being understood by the things that are made, even his eternal power and Godhead, without excuse. क्योंकि उसकी अनदेखी सिफतें यानी उसकी अज़ाली कुदरत हुयत दुनिया की पैदाइश के वक़्त से बनाई हुई चीज़ों के ज़रिए से मालूम होकर साफ नज़र आती है, ताकि यहाँ तक कि उसने कुछ बाकी नहीं। What this is saying is this. की कहता Since the creation of the world, तो पहला God who is invisible परमेश्वर जरा अनदेखिया परमेश्वर हैगा, has made his existence visible by the things he has made. उन्हें अपनी मौजूदगी ਜ਼ਾਹਿਰ ਕੀਤੀ ਹੈਗੀ ਆ ਉਹਨਾਂ ਚੀਜ਼ਾਂ ਦੁਆਰਾ ਜਿਹੜੀਆਂ ਚੀਜ਼ਾਂ ਅਸੀਂ ਦੇਖ ਸਕਦੇ ਹਾਂ, So that we know something of his eternal power and Godhead ਤਾਂ ਕਿ through creation. ਅਸੀਂ ਉਹਦੀ ਪ੍ਰਭੂਤਾਈ, ਅਸੀਂ ਉਹਦੀ ਮੌਜੂਦਗੀ ਦੇ ਬਾਰੇ ਜਾਣ ਸਕੀਏ ਉਹਨਾਂ ਚੀਜ਼ਾਂ ਦੁਆਰਾ ਜਿਹੜੀਆਂ ਚੀਜ਼ਾਂ ਪ੍ਰਭੂ ਨੇ ਬਣਾਈਆਂ ਹੈਗੀਆਂ। So everybody is without excuse. ਹਰ ਇਨਸਾਨ ਬਹਾਨੇ ਤੋਂ ਬਗੈਰ ਆ। When you look at a painting, ਅਸੀਂ ਜੇ ਕੋਈ ਤਸਵੀਰ ਦੇਖੀਏ, you know that behind the painting is a painter. ਉਸ ਤਸਵੀਰ ਦੇ ਪਿੱਛੇ ਇੱਕ ਮੁਸੱਵਰ ਹੈਗਾ, ਇੱਕ ਬਣਾਉਣ ਵਾਲਾ ਹੈਗਾ। And you admire their creation. ਤੁਸੀਂ ਕਹਿੰਦੇ ਵਾਹ ਕਿੰਨੀ ਸੋਹਣੀ ਤਸਵੀਰ ਬਣਾਈ ਆ। When you see a beautiful building, ਅਸੀਂ ਕੋਈ ਸੋਹਣੀ ਇਮਾਰਤ ਦੇਖਦੇ ਆ, like the Shard in London, ਲੰਡਨ ਸ਼ਾਰਡ ਬਿਲਡਿੰਗ ਹੈਗੀ ਆ, or the Taj Mahal in India, ਤਾਜ ਮਹਿਲ ਹੈਗਾ ਹਿੰਦੁਸਤਾਨ ਦੇ ਵਿੱਚ, or the Burj Khalifa in Dubai, ਦੁਬਈ ਵਿੱਚ ਬੁਰਜ ਖਲੀਫਾ ਹੈਗਾ। you know that an architect has designed it and builders have built it. ਅਸੀਂ ਕਹਿੰਦੇ ਕਿ ਕਿਸੇ ਕਾਰੀਗਰ ਨੇ ਉਸ ਇਮਾਰਤ ਨੂੰ ਪਹਿਲਾਂ ਸੋਚਿਆ ਫਿਰ ਬਣਾਇਆ ਉਦਾਂ। And you stand in awe of their skill and their abilities. ਅਸੀਂ ਖੜ ਕੇ ਦੇਖਦੇ ਆ ਕਿੰਨੀ ਇਹਨਾਂ ਲੋਕਾਂ ਦੀ ਕਾਬਲੀਅਤ ਹੈਗੀ ਆ, ਕਿੰਨੀ ਸੋਹਣੀ ਇਮਾਰਤ ਬਣਾਈ ਆ। When you read a book, ਜੇ ਕੋਈ ਕਿਤਾਬ ਪੜ੍ਹੋ, you know there's an author behind it. ਤੁਹਾਨੂੰ ਪਤਾ ਕਿਤਾਬ ਦੇ ਪਿੱਛੇ ਇੱਕ ਲਿਖਣ ਵਾਲਾ ਹੈਗਾ। When you look at creation, ਜਦੋਂ ਸ੍ਰਿਸ਼ਟੀ ਦੇਖੋ, you know deep in your heart, ਤੁਹਾਨੂੰ ਪਤਾ ਆਪਣੇ ਦਿਲ ਦੀ ਗਹਿਰਾਈ ਦੇ ਵਿੱਚ, even if you deny it, ਬੇਸ਼ੱਕ ਤੁਸੀਂ ਉਹਦਾ ਇਨਕਾਰ ਕਰੋ, you know there is a creator behind it. ਤੁਹਾਨੂੰ ਪਤਾ ਉਸ ਬਣਾਈ ਹੋਈ ਚੀਜ਼ ਦੇ ਪਿੱਛੇ ਇੱਕ ਸਿਰਜਣਹਾਰ ਹੈਗਾ। Creation is shouting out to everyone saying there is a God. ਸ੍ਰਿਸ਼ਟੀ ਉੱਚੀ ਉੱਚੀ ਆਵਾਜ਼ ਨਾਲ ਪੁਕਾਰ ਕੇ ਕਹਿੰਦੀ ਆ ਕਿ ਸਾਡੇ ਪਿੱਛੇ ਇੱਕ ਸਿਰਜਣਹਾਰ ਹੈ। There is a creator behind creation. ਸ੍ਰਿਸ਼ਟੀ ਦੇ ਪਿੱਛੇ ਇੱਕ ਬਣਾਉਣ ਵਾਲਾ ਸਿਰਜਣਹਾਰ ਹੈਗਾ। Now turn with me to Psalm 19. ਦੇਖੋ ਤੁਸੀਂ ਜ਼ਬੂਰ 19, And we've looked at this many times before, ਬਹੁਤ ਦਫਾ ਜ਼ਬੂਰ 19 ਦੇਖ ਚੁੱਕੇ ਹਾਂ, but it's important. ਪਰ ਜ਼ਰੂਰੀ ਆ।
Psalm 19 verse 1 says, the heavens declare the glory of God and the firmament shows his handiwork. ज़बूर 19 पहली आयत, आसमान खुदा का जलाल ज़ाहिर करती है और फ़ज़ा उसकी दस्तकारी दिखाती है। Every time we look at the sky, ਜਦੋਂ ਅਸੀਂ ਅਸਮਾਨ ਨੂੰ ਦੇਖਦੇ ਹਾਂ, it is declaring, it's shouting at you. ਅਸਮਾਨ ਉੱਚੀ ਆਵਾਜ਼ ਦੇ ਨਾਲ ਇਕਰਾਰ ਕਰਦਾ। It's telling you there is a God ਅਸਮਾਨ ਕੀ ਕਹਿੰਦਾ ਕਿ ਖੁਦਾ ਹੈ who's designed everything behind creation. ਜਿਹਨੇ ਸਾਰਾ ਕੁਝ ਬਣਾਇਆ ਹੈਗਾ, ਦਸਤਕਾਰੀ ਬਣਾਈ ਹੈ। And it's saying you need to turn to this God. ਉਹ ਕਹਿੰਦੇ ਕਿ ਮੁੜੋ ਇਸ ਬਣਾਉਣ ਵਾਲੇ ਦੇ ਵੱਲ, You need to worship him. ਬਣਾਏ ਜਿਹੜਾ ਬਣਾਉਣ ਵਾਲਾ ਉਹਦੀ ਇਬਾਦਤ ਕਰੋ। This voice of creation obviously is not a literal voice. ਇਹ ਜਿਹੜੀ ਆਵਾਜ਼ ਹੈ ਕਿ ਸ੍ਰਿਸ਼ਟੀ ਦੀ, ਇਹਨੂੰ ਅਸੀਂ ਕੰਨਾਂ ਦੇ ਨਾਲ ਨਹੀਂ ਸੁਣ ਸਕਦੇ। He's talking metaphorically, but it's a powerful silent voice. ਇੱਕ ਚੁੱਪ ਕੀਤੀ ਬੜੀ ਜ਼ਬਰਦਸਤ ਆਵਾਜ਼ ਹੈ ਕਿ ਜਿਹੜੀ ਕੰਨਾਂ ਨਾਲ ਨਹੀਂ ਸੁਣਾਈ ਦਿੰਦੀ। It's a constant voice. ਲਗਾਤਾਰ ਇਹ ਆਵਾਜ਼ ਆਉਂਦੀ ਹੈ। Look at verse 2. ਦੂਸਰੀ ਆਇਤ ਦੇਖੋ, Day unto day utters speech and night unto night reveals knowledge. दिन से दिन बात करता है और रात को रात हिकमत सिखाती है। It's there every day, every night. हर रोज हर शाम ये आवाज हैगी है। As you look at the sun and the moon and as you look at the stars at night. ਜਦੋਂ ਸੂਰਜ ਦੇਖਦੇ ਆ, ਚਾਂਦ ਦੇ ਤਾਰੇ ਦੇਖਦੇ ਹੈਗੇ ਆ, ਉੱਚੀ ਉੱਚੀ ਆਵਾਜ਼ ਨਾਲ ਪੁਕਾਰ ਕੇ ਕਹਿੰਦੇ ਆ। It's saying there is a creator behind creation. ਕੀ ਕਹਿੰਦੇ ਆ ਕਿ ਸਾਡੇ ਪਿੱਛੇ ਇੱਕ ਸਿਰਜਣਹਾਰ, ਇੱਕ ਬਣਾਉਣ ਵਾਲਾ ਹੈਗਾ। This voice is everywhere. ਇਹ ਆਵਾਜ਼ ਹਰ ਜਗ੍ਹਾ ਹੈਗੀ ਆ। Look at verse 3. There is no speech, no language where their voice is not heard. ना बोलना है ना कलाम, ना उनकी आवाज सुनाई देती है। It doesn't matter where you are. जिथे मर्जी होमो तुसी, Whether you're in the UK, whether you're in the USA, whether you're in the Middle East, whether you're in Africa, whether you're in India. इंग्लैंड में होमो, अमेरिका होमो, अरब मुल्कों में होमो, हिंदुस्तान होमो, whether you're on top of the world, the Arctic or the Antarctic at the bottom. चाहे तुसी दुनिया दे ऊपर होमो, दुनिया दे थल्ले होमो, whether you're in the most primitive part of the world, the Amazon jungle, and you belong to a primitive tribe. चाहे तुसी जंगलां ਵਿੱਚ ਹੋਮੋ, ਤੁਸੀਂ ਉਸ ਕਬੀਲੇ ਨਾਲ ਤਾਲੁਕ ਰੱਖਦੇ ਹੋਮੋ ਜਿਨ੍ਹਾਂ ਨੇ ਇਸ ਦੁਨੀਆ ਦੇ ਬਾਰੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਕੁਝ ਵੀ। Doesn't matter what your language is, doesn't matter what your culture is. ਜਿਹੜੀ ਮਰਜ਼ੀ ਤੁਹਾਡੀ ਭਾਸ਼ਾ ਹੋਵੇ, ਜਿਹੜਾ ਮਰਜ਼ੀ ਤੁਹਾਡਾ ਮਜ਼ਹਬ ਹੋਵੇ, doesn't matter what century you lived in, whether you lived 1,000 years, whether you lived 500 years, whether you live today. ਕਿਹੜੀ ਸਦੀ 'ਚ ਰਹਿੰਦੇ, ਚਾਹੇ 1000 ਸਾਲ ਪਹਿਲਾਂ ਜੀਂਦੇ ਸੀਗੇ, 500 ਸਾਲ ਪਹਿਲਾਂ ਜੀਂਦੇ ਸੀਗੇ, ਅੱਜ ਹੀ ਜੀਂਦੇ ਹੈਗੇ ਆ, ਕੋਈ ਫਰਕ ਨਹੀਂ ਪੈਂਦਾ। This voice of creation reaches everywhere. ਇਹ ਸ੍ਰਿਸ਼ਟੀ ਦੀ ਆਵਾਜ਼ हर जगह पहुंचती है। Look at verse 4. Their line has gone out through all the earth and their words to the end of the world. उनका सुर सारी जमीन पर और उनका कलाम दुनिया के इंतहा तक पहुंचा है। Everywhere, in every generation, हर जगह, हर नस्ल दे विच, हर कौम दे विच, in every country, हर मुल्क दे विच, creation speaks of the fact there is a God. सृष्टि पुकार पुकार के कहती है कि एक बनाने वाला सिरजनहार है। This is fact. ये पक्की गल है। If you were to go into an empty desert, जे तुसी खाली रेगिस्तान दे विच जावो and you were to find my phone, और भाई दा फोन थानू उत्थे लभे, what would you think? की सोचोगे? You wouldn't think that's got there by chance. एम यू ते आप ही पहुंच गया फोन मेरा। Oh, it's evolution. ये तो उत्थे पैदा हो गया सी अपने आप ही। That over billions of years the phone just put itself together. अरबां करोड़ां सालां दे विच फोन जेह्ड़ा सीगा अपने आप ही बन गया, आप ही पैदा हो गया उत्थे जंगल रेगिस्तान दे विच। You would know that there is someone intelligent who's there in the desert. या सी सोचोगे कि उत्थे कोई अकलमंद कोई सीगा रेगिस्तान दे विच जिन्हें बनाया हो। Because this is a complex thing and you need someone with a complex intelligence to have designed it and put it together. जेड़ा फोन हैगा ये बड़ी ज़बरदस्त चीज़ हैगी है, इन्हों बनाने वाला दिमाग भी ज़बरदस्त चाहिए हैगा। You know you're not alone. थानू पता है देख के कि ऐसे तो कल्ले नहीं हैगे। Do you know what is the most complex thing in the entire universe? थानू पता है इस जहान दे विच सब तो मुश्किल चीज़ केड़ी हैगी है? It's not your phone, smartphone. थोड़ा फोन नहीं हैगा सब तो ज़बरदस्त चीज़। It's not the most complex computer. ना जेड़ा बड़े तो बड़े कंप्यूटर जेड़ा बनाया गया हैगा। It's not the Hadron Collider, the most complex machine
ever built in the world. ਨਾ ਜਿਹੜੀ ਦੂਰਬੀਨ ਜਿਹੜੀ ਬਣਾਈ ਗਈ ਹੈਗੀ ਆ ਜਾਂ ਜਿਹੜਾ ਕੋਈ ਹੋਰ ਕੋਈ ਸਾਇੰਟੀਫਿਕ ਗੱਲ ਹੈਗੀ ਆ It's not the planets in space. ਨਾ ਜਿਹੜੇ ਅੰਬਰ ਹੈਗੇ ਆ ਅਸਮਾਨਾਂ ਦੇ ਵਿੱਚ It's not the sun, moon and stars. ਨਾ ਸੂਰਜ ਚੰਦ ਸਿਤਾਰੇ ਹੈਗੇ ਆ It's not the galaxies that you see. ਨਾ ਅੰਬਰ ਹੈਗੇ ਆ ਜਿਹੜੇ ਅਸੀਂ ਦੇਖਦੇ ਹੈਗੇ ਆ ਸਵਰਗਾਂ ਵਿੱਚ The most complex thing in the universe ਇਸ ਜਹਾਨ ਦੇ ਵਿੱਚ ਸਭ ਤੋਂ ਪੇਚੀਦਾ ਚੀਜ਼ ਕਿਹੜੀ ਹੈਗੀ ਆ is what you are looking at now. ਜੋ ਅਸੀਂ ਹੁਣ ਦੇਖ ਰਹੇ ਹੈਗੇ ਆ It's you and it's me. ਤੁਸੀਂ ਤੇ ਮੈਂ ਇਨਸਾਨ Human beings who are made in the image of God. ਇਨਸਾਨ ਬਣਾਇਆ ਗਿਆ ਪਰਮੇਸ਼ਰ ਦੇ ਸਰੂਪ ਦੇ ਵਿੱਚ The human brain is so complex. ਇਨਸਾਨੀ ਦਿਮਾਗ ਇੰਨਾ ਬਹੁਤ ਤੇਜ਼ ਹੈਗਾ It has 100 billion specialist cells called neurons. ਦਿਮਾਗ ਦੇ ਵਿੱਚ 100 ਬਿਲੀਅਨ ਨਿਊਰੋਨਸ ਹੈਗੇ ਆ And each cell ਹਰ ਉਹ ਜਿਹੜਾ ਸੈੱਲ ਹੈਗਾ is linked to 1,000 wire-like things. ਉਹ 'ਚ 10,000 wire-like things. 10,000 ਤਾਰਾਂ ਉਹ 'ਚ ਹੈਗੀਆਂ And the number of wires and connections, if you like, in the human brain ਔਰ ਦਿਮਾਗ ਦੇ ਵਿੱਚ ਜਿੰਨੀਆਂ ਤਾਰਾਂ ਸਾਡੀ ਜੁੜੀਆਂ ਹੈਗੀਆਂ is 1 quadrillion. That is 1 with 15 zeros. ਇੱਕ ਦੇ ਮਗਰ 15 ਸਿਫਰ ਲਾ ਦਿਓ ਇੰਨੀਆਂ ਸਾਰੀਆਂ ਤਾਰਾਂ ਤੁਹਾਡੇ ਦਿਮਾਗ ਦੇ ਵਿੱਚ ਤੁਰੀਆਂ ਫਿਰਦੀਆਂ And if you were to place these connections from end to end, ਜੇ ਇਹਨਾਂ ਤਾਰਾਂ ਨੂੰ ਜੇ ਅਸੀਂ ਜੇ ਸਿਰੇ ਤੋਂ ਸਿਰੇ ਲਾਈਏ they would extend 100,000 miles. 1 ਲੱਖ ਮੀਲ ਉਹ ਸਫ਼ਰ ਕਰੂਗੀਆਂ That go more than twice around the world. ਦੁਨੀਆ ਦੇ 2 ਦਫਾ ਦੁਨੀਆ ਦੇ ਆਲੇ ਦੁਆਲੇ ਜਾ ਸਕਦੀਆਂ ਹੈਗੀਆਂ All in your brain. ਇਹ ਸਾਰਾ ਕੁਝ ਤੁਹਾਡੇ ਭੇਜੇ ਵਿੱਚ ਆ The human mind is complex. ਇਨਸਾਨ ਦਾ ਦਿਮਾਗ ਸਮਝ ਤੋਂ ਬਾਹਰ ਆ And did you know in every cell in your body ਤੁਹਾਨੂੰ ਪਤਾ ਕਿ ਤੁਹਾਡੇ ਜਿਸਮ ਦੇ ਹਰੇਕ ਸੈੱਲ ਦੇ ਵਿੱਚ there is something that's called DNA. It contains DNA. ਉਹਨੂੰ ਕਹਿੰਦੇ DNA This determines the color of your eyes, your hair. It makes you you. DNA ਤੋਂ ਪਤਾ ਲੱਗਦਾ ਤੁਹਾਡੇ ਵਾਲ ਕਿੱਦਾਂ ਦੇ ਹੈਗੇ ਆ ਜੇ ਹੈਗੇ ਤਾਂ ਤੁਹਾਡਾ ਰੰਗ ਕਿੱਦਾਂ ਦਾ ਹੋਊਗਾ ਤੁਹਾਡੀ ਅੱਖਾਂ ਕਿੱਦਾਂ ਦੀ ਹੋਊਗੀਆਂ ਤੁਹਾਡਾ DNA ਤੁਹਾਡੇ ਬਾਰੇ ਦੱਸਦਾ ਕਿ ਤੁਸੀਂ ਕੀ ਹੈਗੇ ਆ And if you were to take one DNA from one cell and you were to stretch it, it would be 6 feet long. ਜੇ ਤੁਸੀਂ ਇੱਕ DNA ਨੂੰ ਲਓ ਉਹਨੂੰ ਖਿੱਚ ਕੇ ਲੰਬਾ ਕਰੋ ਤਾਂ ਉਹ 6 ਫੁੱਟ ਲੰਬਾ ਹੈਗਾ ਇੱਕ DNA And if you take DNA and stretch it from every cell in your body, ਆਪਣੇ ਜਿਸਮ ਦੇ ਹਰ ਇੱਕ DNA ਸੈੱਲ ਨੂੰ ਲੈ ਕੇ ਜੇ ਤੁਸੀਂ ਉਹਨੂੰ ਜੇ ਲਾਈਨ ਲਾਓ ਉਹਦੀ do you know how long it would be? ਪਤਾ ਕਿੰਨੀ ਲੰਬੀ ਹੋਊਗੀ 100 billion miles. 100 billion miles. Enough to span the solar system 14 times. 14 ਵਾਰ ਸਾਰੇ ਅੰਬਰ ਨੂੰ ਗੋਲ ਜਾ ਸਕਦੇ ਹੈਗੇ ਆ Enough to, I mean, this is all compressed in the human body. ਇਹ ਸਾਰਾ ਕੁਝ ਪਰਮੇਸ਼ਵਰ ਨੇ ਸਾਡੇ ਜਿਸਮ ਦੇ ਅੰਦਰ ਪਾਇਆ ਹੈਗਾ DNA is so complex. DNA ਬਹੁਤ ਸਮਝ ਤੋਂ ਬਾਹਰ ਚੀਜ਼ ਹੈਗੀ ਆ As is the human body. This is mind-blowing. ਇਨਸਾਨ ਦਾ ਜਿਸਮ ਜਿਹੜਾ ਹੈਗਾ ਉਹ ਵੀ ਸਮਝ ਤੋਂ ਬਹੁਤ ਪਰੇ ਆ The Bible says we are fearfully and wonderfully made. ਪ੍ਰਭੂ ਦਾ ਵਚਨ ਕੀ ਕਹਿੰਦਾ ਕਿ ਅਸੀਂ ਬਹੁਤ ਸੁਚੱਜੇ ਢੰਗ ਦੇ ਨਾਲ ਅਸੀਂ ਬਹੁਤ ਡਰ ਦੇ ਨਾਲ ਅਸੀਂ ਬਣਾਏ ਗਏ ਹੈਗੇ We ਆ are more complex than anything in the universe. ਇਸ ਕਾਇਨਾਤ ਦੇ ਵਿੱਚ ਐਡੀ ਵੱਡੀ ਕੋਈ ਚੀਜ਼ ਨਹੀਂ ਹੈਗੀ ਜਿਸ ਤਰ੍ਹਾਂ ਇਨਸਾਨ ਹੈਗਾ And if finding a phone in the desert tells you that someone's been there, ਜੇ ਰੇਗਿਸਤਾਨ ਦੇ ਵਿੱਚ ਜੇ ਸਾਨੂੰ ਫੋਨ ਲੱਭ ਕੇ ਪਤਾ ਲੱਗਦਾ ਕਿ ਸਭ ਤੋਂ ਪਹਿਲਾਂ ਉੱਥੇ ਕੋਈ ਜਾ ਚੁੱਕਿਆ ਸੀਗਾ when you look at creation all around you, ਜੇ ਤੁਸੀਂ ਸ੍ਰਿਸ਼ਟੀ ਨੂੰ ਦੇਖੋ ਆਪਣੇ ਆਲੇ ਦੁਆਲੇ from a small flower to small creatures, ਇੱਕ ਛੋਟੀ ਜਿਹੀ ਫੁੱਲ ਤੋਂ ਲੈ ਕੇ ਇੱਕ ਛੋਟੀ ਜਿਹੀ ਜਾਨਵਰ ਤੋਂ ਲੈ ਕੇ to the big things we can see in the sky, ਵੱਡੀਆਂ ਚੀਜ਼ਾਂ ਜੇ ਦੇਖੀਏ ਜਿਹੜੀ ਅਸਮਾਨ ਦੇ ਵਿੱਚ ਹੈਗੀਆਂ to the pinnacle of God's creation, man, ਔਰ ਜਿਹੜੀ ਇਨਸਾਨ ਨੇ ਜਿਹੜੀ ਚੋਟੀ ਦੀ ਚੀਜ਼ ਬਣਾਈ ਹੈ ਯਾਨੀ ਕਿ ਇਨਸਾਨ it tells us ਸਾਨੂੰ ਪਤਾ ਲੱਗਦਾ that there is an intelligent creator behind this complex creation. ਇਸ ਸਭ ਕੁਝ ਦੇ ਪਿੱਛੇ ਜਿਹੜਾ ਸਾਨੂੰ ਸਮਝ ਆਉਂਦਾ ਹੈਗਾ ਉਹਦੇ ਪਿੱਛੇ ਇੱਕ ਬਣਾਉਣ ਵਾਲਾ ਹੈਗਾ ਜਿਹੜਾ ਸਾਡੀ ਸਮਝ ਤੋਂ ਕਿਤੇ ਹੀ ਪਰੇ ਆ So first the voice of creation tells us that ਪਹਿਲੀ there's ਗੱਲ God. ਸ੍ਰਿਸ਼ਟੀ ਦੀ ਆਵਾਜ਼
ਸ੍ਰਿਸ਼ਟੀ ਦੀ ਆਵਾਜ਼ ਸਾਨੂੰ ਪੁਕਾਰ ਕੇ ਕਹਿੰਦੀ ਆ ਕਿ ਬਣਾਉਣ ਵਾਲਾ ਹੈ। Secondly, then, ਦੂਸਰੀ ਗੱਲ, if creation's voice is so clear and powerful, why don't people turn to God? ਜੇ ਸ੍ਰਿਸ਼ਟੀ ਦੀ ਆਵਾਜ਼ ਇੰਨੀ ਉੱਚੀ, ਇੰਨੀ ਬੁਲੰਦ ਹੈਗੀ ਆ, ਇੰਨੀ ਸਾਫ਼ ਹੈਗੀ ਆ, ਤਾਂ ਲੋਕੀ ਕਿਉਂ ਨਹੀਂ ਮੁੜਦੇ ਹੈਗੇ ਉਹਦੇ ਵੱਲ? Now, this is a good question. ਅੱਛਾ ਸਵਾਲ ਆ। Turn back to Romans. ਮੁੜ ਕੇ ਆਓ ਰੋਮੀਆਂ ਦੇ ਵਿੱਚ, Romans chapter 1, ਰੋਮੀਆਂ 1 verse 20 and 21 and 22. 21-22 ਆਇਤ। Paul is saying here ਪੌਲਸ ਕਹਿੰਦਾ that people, although they know God exists, ਬੇਸ਼ੱਕ ਲੋਕਾਂ ਨੂੰ ਪਤਾ ਕਿ ਖੁਦਾ ਹੈ, they did not glorify him. ਉਹਨਾਂ ਨੇ ਪਰਮੇਸ਼ਰ ਦੀ ਇਬਾਦਤ ਨਹੀਂ ਕੀਤੀ, They were not thankful to him. ਉਹਨਾਂ ਨੇ ਸ਼ੁਕਰਗੁਜ਼ਾਰੀ ਨਹੀਂ ਕੀਤੀ ਪ੍ਰਭੂ ਦੀ। They became futile in their thoughts, ਆਪਣੇ ਖਿਆਲਾਂ ਵਿੱਚ ਉਹ ਬਾਤਲ ਹੋ ਗਏ, ਗਲਤ ਖਿਆਲਾਂ ਵਿੱਚ ਚਲੇ ਗਏ, and their foolish hearts are darkened. ਉਹਨਾਂ ਦੇ ਬੇਵਕੂਫ ਦਿਲ ਜਿਹੜੇ ਸੀਗੇ, ਬੇਸਮਝ ਦਿਲ ਜਿਹੜੇ ਸੀਗੇ, ਉਹ ਹਨੇਰੇ ਹੋ ਗਏ। People think they are wise, but they're fools. Verse 22 says that. ਬਾਈਆ ਚ ਲਿਖਿਆ ਕਿ ਲੋਕੀ ਸੋਚਦੇ ਆ ਅਸੀਂ ਅਕਲਮੰਦ ਆ, ਪਰ ਹਕੀਕਤ ਦੇ ਵਿੱਚ ਲੋਕੀ ਬੇਵਕੂਫ ਆ। Why is this? ਕਿਉਂ? Verse 23 tells us ਸਹੀ ਆ ਚ ਲਿਖਿਆ that although they see the glory of God in creation, ਉਹ ਪਰਮੇਸ਼ਰ ਦੀ ਪ੍ਰਭੁਤਾਈ ਨੂੰ ਦੇਖਦੇ ਆ, instead of turning to him and worshipping the creator, ਬਣਾਏ ਹੋਏ ਬਣਾਉਣ ਵਾਲੇ ਪਰਮੇਸ਼ਰ ਦੇ ਵੱਲ ਮੁੜ ਕੇ ਉਹਦੀ ਇਬਾਦਤ ਕਰਨ ਦੇ ਬਜਾਏ they begin to worship creatures, the things God has made. ਉਹ ਬਣਾਈ ਹੋਈ ਚੀਜ਼ਾਂ ਦੀ ਇਬਾਦਤ ਕਰਨ ਲੱਗ ਪਏ, ਜੋ ਪ੍ਰਭੂ ਨੇ ਬਣਾਇਆ ਉਹਦੀ ਇਬਾਦਤ ਕਰਨ ਲੱਗ ਪਏ। Verse 23, and change the glory of the incorruptible God into an image made like corruptible man and birds and four-footed animals and creeping things. और गैर फानी खुदा के जलाल को फानी इंसान और परंदों और चौपायों और कीड़े मकोड़ों की सूरत में बदल डाला। Verse 25 tells us they've exchanged the truth for a lie and serve creatures rather than the creator. इसलिए उन्होंने बनाने वाले की इबादत छड़ के बनाई हुई चीज़ों की इबादत करनी शुरू करती जिन्हें के नाशवान चीज़ां हैगियां। Verse 18 tells us at the end of the verse that people suppress the truth. 18 ਦੇ ਵਿੱਚ ਕੀ ਲਿਖਿਆ ਕਿ ਲੋਕਾਂ ਨੇ ਸੱਚਾਈ ਨੂੰ ਦਬਾ ਕੇ ਰੱਖਿਆ। So people know there's a God, ਲੋਕੀ ਜਾਣਦੇ ਕਿ ਰੱਬ ਹੈ, but they deliberately and willingly ਪਰ ਜਾਣ ਬੁੱਝ ਕੇ ਆਪਣੀ ਮਰਜ਼ੀ ਦੇ ਨਾਲ suppress this truth. ਉਹ ਸੱਚਾਈ ਨੂੰ ਦਬਾ ਕੇ ਰੱਖਦੇ ਆ। Let me give you an illustration which I've used many times. ਇੱਕ ਮਿਸਾਲ ਦਿੰਨੇ ਅੱਗੇ ਵੀ ਦੇ ਚੁੱਕੇ ਹੈਗੇ ਆ। When you go swimming, if you can't swim, you have a float. ਤੁਸੀਂ ਜਦੋਂ ਤਰਨ ਜਾਣੇ, ਜੇ ਤੁਹਾਨੂੰ ਤਰਨਾ ਨਹੀਂ ਆਉਂਦਾ ਤੇ ਤੁਹਾਡੀ ਬਾਹਾਂ ਨੂੰ ਦਿੰਦੇ ਹੈਗੇ ਚਲਾਉਂਦੇ ਚੀਜ਼ਾਂ ਤਾਂ ਕਿ ਤੁਸੀਂ ਤਰੋ। You try to sink the float down, but it won't float. It'll come back up again. ਉਹ ਜਿਹੜੀ ਰਬੜ ਹੋ ਗਈ ਉਹਨੂੰ ਜੇ ਤੁਸੀਂ ਪਾਣੀ ਵਿੱਚ ਦਬਾਉਣ ਦੀ ਕੋਸ਼ਿਸ਼ ਕਰੋ, ਉਹਨੇ ਥੱਲੇ ਨਹੀਂ ਜਾਣਾ ਹੈਗਾ, ਉਹਨੇ ਪਾਣੀ ਤੇ ਤਰਨਾ ਹੈਗਾ। You suppress, it comes up. You suppress, it comes up. ਜਿੰਨਾ ਮਰਜ਼ੀ ਉਹਨੂੰ ਦਬਾਓ, ਉਹਨੇ ਨਹੀਂ ਜਾਣਾ ਪਾਣੀ ਵਿੱਚ, ਉਹਨੇ ਉੱਪਰ ਨੂੰ ਉੱਠ ਕੇ ਆਉਣਾ ਹੈਗਾ। So people suppress the truth about God. ਏਦਾਂ ਲੋਕੀ ਪਰਮੇਸ਼ਰ ਦੀ ਸੱਚਾਈ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਆ। They know there's a God. ਉਹਨਾਂ ਨੂੰ ਪਤਾ ਕਿ ਰੱਬ ਹੈ, It keeps bugging them. ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਦਿਮਾਗ ਗੱਲ ਆਉਂਦੀ ਆ, They can't get rid of it. It keeps coming up. ਉਹਨਾਂ ਦੇ ਦਿਮਾਗ 'ਚ ਬਾਰ-ਬਾਰ ਗੱਲ ਆਈ ਜਾਂਦੀ ਆ, ਉਹਨੂੰ ਦਬਾ ਨਹੀਂ ਸਕਦੇ ਹੈਗੇ। And that's why the Bible says in Psalm 14 verse 1, the fool has said in his heart there's no God. ਜ਼ਬੂਰ 14 ਵਿੱਚ ਲਿਖਿਆ ਤਾਂ ਹੀ ਕਿ ਮੂਰਖ ਇਨਸਾਨ ਨੇ ਆਪਣੇ ਦਿਲ 'ਚ ਕਿਹਾ ਹੈਗਾ ਕਿ ਖੁਦਾ ਹੈ ਨਹੀਂ। He's a fool because he's suppressing what he knows to ਉਹ be ਬੇਵਕੂਫ true. ਆ। ਕਿਉਂ? ਕਿਉਂਕਿ ਉਹ ਬੇਵਕੂਫ ਨੂੰ ਉਹ ਦਬਾ ਕੇ ਰੱਖਦਾ ਉਸ ਚੀਜ਼ ਨੂੰ ਜਿਹੜਾ ਉਹਨੂੰ ਪਤਾ ਕਿ ਸੱਚਾ ਹੈਗਾ, ਯਾਨੀ ਕਿ ਖੁਦਾ ਸੱਚਾ ਹੈਗਾ, ਉਹ ਗੱਲ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕਰਦਾ। But why do people suppress the truth of God's existence? ਕਿਉਂ ਲੋਕੀ ਪਰਮੇਸ਼ਰ ਦੀ ਸੱਚਾਈ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹੈਗੇ ਆ ਕਿ ਪ੍ਰਭੂ ਹੈ? It's because of their sin. ਕਿਉਂਕਿ ਆਪਣੇ ਪਾਪ ਦੇ ਕਰਕੇ। They want a God or a life or a way of thinking that suits their lifestyle. ਉਹ ਚਾਹੁੰਦੇ ਕਿ ਸਾਡੇ ਕੋਲ ਇਦਾਂ ਦਾ ਰੱਬ ਹੋਵੇ ਜਿਹੜਾ ਸਾਡੀ ਮਰਜ਼ੀ ਦੇ ਅਨੁਸਾਰ ਚੱਲੇ, ਜਿੱਦਾਂ ਅਸੀਂ ਚਾਹੁੰਦੇ ਹੈਗੇ ਆ ਜ਼ਿੰਦਗੀ ਗੁਜ਼ਾਰਨੀ ਉਦਾਂ ਅਸੀਂ ਗੁਜ਼ਾਰੀਏ। They don't want a God who confronts their sin ਉਹ ਨਹੀਂ ਚਾਹੁੰਦੇ ਇਦਾਂ ਦਾ ਰੱਬ ਜਿਹੜਾ ਉਹਨਾਂ ਦੇ ਪਾਪ ਦਾ ਸਾਹਮਣਾ ਕਰੇ and makes them face up their sin and acknowledge it and deal with it. ਉਹ ਨਹੀਂ ਚਾਹੁੰਦੇ ਇਦਾਂ ਦਾ ਰੱਬ ਜਿਹੜਾ ਕਿ ਉਹਨਾਂ ਨੂੰ ਕਵੇ ਆਪਣੇ ਪਾਪ ਦੇ ਉੱਤੇ ਗੌਰ ਕਰੋ, ਤੌਬਾ ਕਰੋ। ਇਦਾਂ ਦਾ ਰੱਬ ਨਹੀਂ ਚਾਹੁੰਦੇ ਉਹ। Think of it like this. ਇਸ ਤਰ੍ਹਾਂ ਸੋਚੋ, You walk into a room ਤੁਸੀਂ ਕਮਰੇ ਵਿੱਚ ਜਾਂਦੇ ਆ, and everywhere it says there is a God. ਹਰ ਜਗ੍ਹਾ ਲਿਖਿਆ ਹੈਗਾ ਕਮਰੇ ਵਿੱਚ ਕਿ ਖੁਦਾ ਹੈ, ਖੁਦਾ ਹੈ। What do? ਤੁਸੀਂ ਕੀ ਕਰਦੇ ਆ? You take a blindfold and you cover your eyes ਤੁਸੀਂ ਆਪਣੀ ਅੱਖਾਂ ਤੇ ਪੱਟੀ ਬੰਨ੍ਹ ਲੈਂਦੇ ਆ
and you refuse to read these signs ਤੁਸੀਂ ਕਹਿੰਦੇ ਕਿ ਮੈਂ ਨਹੀਂ ਪੜ੍ਹਨਾ ਕੀ ਲਿਖਿਆ ਹੈਗਾ ਕਿ ਖੁਦਾ ਹੈ because it's not convenient for us. ਕਿਉਂਕਿ ਮੈਨੂੰ ਚੰਗਾ ਨਹੀਂ ਲੱਗਦਾ God's signs are everywhere in creation. ਪਰਮੇਸ਼ਵਰ ਦੇ ਨਿਸ਼ਾਨ ਸ੍ਰਿਸ਼ਟੀ ਵਿੱਚ ਕਾਇਨਾਤ ਦੇ ਵਿੱਚ ਹਰ ਜਗ੍ਹਾ ਲੱਗੇ ਹੈਗੇ ਜਿਹੜੇ ਸਾਨੂੰ ਦੱਸਦੇ ਆ They tell us when we look at creation there is a God. ਉਹ ਸਾਨੂੰ ਪੁਕਾਰ ਕੇ ਕਹਿੰਦੇ ਆ ਜੋ ਅਸੀਂ ਦੇਖਦੇ ਆ ਸ੍ਰਿਸ਼ਟੀ ਸਾਨੂੰ ਉੱਚੀ ਆਵਾਜ਼ ਨਾਲ ਪੁਕਾਰ ਕੇ ਕਹਿੰਦੀ ਆ ਕਿ ਖੁਦਾ ਹੈ But people don't listen ਪਰ ਲੋਕੀ ਸੁਣਦੇ ਨਹੀਂ because they want a God they can handle. ਲੋਕੀ ਉਹ ਚਾਹੁੰਦੇ ਏਦਾਂ ਦਾ ਰੱਬ ਚਾਹੁੰਦੇ ਆ ਜਿਹਨੂੰ ਉਹ ਤੋੜ ਮਰੋੜ ਸਕਦੇ So ਹੈਗੇ they ਆ create a God of their own. ਸੋ ਵੀ ਕੀ ਕਰਦੇ ਹੈਗੇ ਆ ਉਹ ਆਪਣੀ ਮਰਜ਼ੀ ਦੇ ਅਨੁਸਾਰ ਆਪਣਾ ਰੱਬ ਬਣਾ ਲੈਂਦੇ ਆ Of animals and people and objects. ਜਾਨਵਰ ਇਨਸਾਨ ਜਾਂ ਚੀਜ਼ਾਂ ਬਣਾ ਲੈਂਦੇ ਆ Everybody knows there's a God, ਹਰ ਇਨਸਾਨ ਨੂੰ ਪਤਾ ਕਿ ਖੁਦਾ ਹੈ but they reject him ਪਰ ਉਹ ਇਨਕਾਰ ਕਰਦੇ ਆ because of their sin. ਆਪਣੇ ਪਾਪ ਦੇ ਕਰਕੇ And they create idols for themselves. ਆਪਣੇ ਲਈ ਉਹ ਮੂਰਤੀਆਂ ਪੈਦਾ ਕਰ ਲੈਂਦੇ ਆ Sometimes real idols they worship or idols of material things. ਕਈ ਦਫਾ ਮੂਰਤੀਆਂ ਹੁੰਦੀਆਂ ਕਈ ਦਫਾ ਉਹਨਾਂ ਦੀ ਜਿਹੜੀ ਚੀਜ਼ਾਂ ਹੁੰਦੀਆਂ ਜਿਹਨਾਂ ਨੂੰ ਪਿਆਰ ਕਰਦੇ ਆ ਉਹ ਉਹਨਾਂ ਦੀ ਮੂਰਤੀ ਬਣ ਜਾਂਦੀਆਂ Now what's God's reaction to this? ਪਰਮੇਸ਼ਵਰ ਇਹਨਾਂ ਗੱਲਾਂ ਨੂੰ ਦੇਖ ਕੇ ਕੀ ਕਹਿੰਦੇ ਹੈਗੇ ਆ It says God's wrath is poured out against this rejection of him. ਪਰਮੇਸ਼ਵਰ ਦਾ ਕ੍ਰੋਧ ਉਹਨਾਂ ਲੋਕਾਂ ਤੇ ਭੜਕਦਾ ਹੈਗਾ ਜਿਹੜੇ ਲੋਕੀ ਇਹਨਾਂ ਗੱਲਾਂ ਦਾ ਇਨਕਾਰ ਕਰਦੇ ਆ Verse 18, for the wrath of God is revealed from heaven against all ungodliness and unrighteousness of men who suppress the truth in unrighteousness. क्योंकि खुदा का गजब उन आदमियों की तमाम बेदीनी और नाराज़गी पर आसमान से ज़ाहिर होता है जो हक को नाराज़गी से दबाए रखते हैं God will pour his anger out on the final day. अखीरले दिन परमेश्वर अपना क्रोध उन लोगों उत्ते भड़काऊगा when he judges. ਜਦੋਂ ਪ੍ਰਭੂ ਇਨਸਾਫ ਕਰੂਗੇ But this is not what it's talking about here. ਪਰ ਇੱਥੇ ਉਹ ਗੱਲ ਨਹੀਂ ਹੋ ਰਹੀ ਹੈਗੀ What Paul is speaking about here ਪੌਲਸ ਇੱਥੇ ਕੀ ਬੋਲ ਰਿਹਾ is when people reject him ਜਦੋਂ ਲੋਕੀ ਪਰਮੇਸ਼ਰ ਦਾ ਇਨਕਾਰ ਕਰਦੇ ਆ and they live in sin ਪਾਪ ਵਿੱਚ ਰਹਿੰਦੇ ਆ and they refuse to acknowledge what they see of God in creation. ਸ੍ਰਿਸ਼ਟੀ ਦੁਆਰਾ ਜੋ ਪਰਮੇਸ਼ਰ ਨੂੰ ਦੇਖਦੇ ਹੈਗੇ ਆ ਉਹ ਦੇਖ ਕੇ ਜਦੋਂ ਉਹਦਾ ਇਨਕਾਰ ਕਰਦੇ ਆ God lets them carry on with their sin. ਪਰਮੇਸ਼ਰ ਨੂੰ ਕਹਿੰਦਾ ਕਿ ਤੁਸੀਂ ਕਰੀ ਜਾਓ So they end up destroying themselves and finally realizing they need God. ਉਹ ਆਪਣੇ ਆਪ ਦਾ ਨਾਸ਼ ਕਰ ਲੈਂਦੇ ਹੈਗੇ ਆ ਬਾਅਦ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਕਿ ਸਾਨੂੰ ਤੇ ਰੱਬ ਦੀ ਲੋੜ ਆ 3 times it says here God gave them up. God gave them over. 3 ਦਫਾ ਲਿਖਿਆ ਇੱਥੇ ਇਹਨਾਂ ਆਇਤਾਂ ਵਿੱਚ ਕਿ ਪਰਮੇਸ਼ਰ ਨੇ ਉਹਨਾਂ ਨੂੰ ਛੱਡ ਦਿੱਤਾ ਪਰਮੇਸ਼ਰ ਨੇ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਛੱਡ ਦਿੱਤਾ Verse 24, therefore God also gave them up. इस वास्ते खुदा ने उनको दिलों की ख्वाहिशों के मुताबिक उन्हें नापाकी में छोड़ दिया Verse 26, for this reason God gave them up to their vile passions. 26 आयत इसलिए खुदा ने उनको अपनी गंदी शहवतों के में छोड़ दिया Men lusting for men, women for women, doing things that go against even nature. ਬੰਦੇ ਦੇ ਨਾਲ ਤੀਵੇਂ ਦੇ ਨਾਲ ਉਹ ਕੰਮ ਕਰਦੇ ਸੀਗੇ ਜਿਹੜੇ ਪਰਮੇਸ਼ਰ ਦੀ ਸ਼ਾਨ ਦੇ ਖਿਲਾਫ ਸੀਗੇ ਪਰਮੇਸ਼ਰ ਨੇ ਕੀ ਕੀਤਾ ਉਹਨਾਂ ਨੂੰ ਛੱਡ ਦਿੱਤਾ Verse 28, and even as they did not like to retain God in their knowledge, God gave them over to a debased mind. और 28 आयत और जिस तरह उन्होंने खुदा को पहचानना नापसंद किया इसी तरह खुदा ने उनको भी नापसंदीदा और उनके हवाले और अकल के हवाले कर दिया There's a list of terrible sins here that people have been given over to. ऐसे गंदे पाप लिखे आ जिन्हां गंदे पापां दे विच लोकां ने अपने आप नूं उन्हां पापां दे हवाले कर दिता Can you see God's wrath here? देखिया ते परमेश्वर दा गजब God gave them over. God gave them over. God gave them over. तैन तो लिखिया परमेश्वर उन्हां नूं उन्हां दे हवाले कर दिता उन्हां पापां दे हवाले कर दिता छड़ दिता रब ने उन्हां नूं It's like a rebellious child. एक बच्चा ਜਿਹੜਾ ਬਾਰ-ਬਾਰ ਬਲਵਾ ਕਰਦਾ and you try to stop them from they become rebellious and you try to wean them off drugs. ਤੁਸੀਂ ਬੱਚੇ ਨੂੰ ਰੋਕਦੇ ਆ ਬੱਚਾ ਰੁਕਦਾ ਨਹੀਂ ਹੈਗਾ ਤੁਸੀਂ ਉਹਨੂੰ ਨਸ਼ੇ ਹਟਾਉਣ ਦੀ ਕੋਸ਼ਿਸ਼ ਕਰਦੇ ਆ ਉਹ ਬੱਚਾ ਕਹਿੰਦਾ ਕਿ ਮੈਂ ਨਸ਼ਾ ਕਰਨਾ ਛੱਡਣਾ ਨਹੀਂ ਹੈਗਾ But they don't listen. They become even more rebellious. ਉਹ ਨਹੀਂ ਸੁਣਦੇ ਤੁਹਾਡੀ ਗੱਲ ਉਹ ਹੋਰ ਜ਼ਿਆਦਾ ਬਲਵਾ ਕਰਦੇ ਆ And then you just give them over. ਫਿਰ ਤੁਸੀਂ ਕੀ ਕਹਿੰਦੇ ਆ
ਉਹਨਾਂ ਨੂੰ ਅਸੀਂ ਛੱਡ ਦਿੰਦੇ ਆ, ਜੋ ਕਰਨਾ ਕਰੀ ਜਾਓ। And you say, look, if you don't listen, just carry on doing what you're doing. ਅਸੀਂ ਕਹਿੰਦੇ ਆ ਜੇ ਨਹੀਂ ਸਾਡੀ ਸੁਣਨੀ ਨਾ ਤੇ ਜੋ ਤੁਹਾਡਾ ਦਿਲ ਕਰਦਾ ਤੁਸੀਂ ਕਰੋ। And soon they'll get into a mess, their life will go downhill, and eventually they'll see they need to turn their ways. ਫਿਰ ਕੀ ਹੁੰਦਾ, ਉਹ ਬੱਚਾ ਜਦੋਂ ਫਿਰ ਇੰਨਾ ਡੂੰਘਾ ਰੁੱਝ ਜਾਂਦਾ ਪਾਪ ਦੇ ਵਿੱਚ, ਖੁੱਭ ਜਾਂਦਾ ਕਿ ਗਲਤ ਕੰਮਾਂ ਵਿੱਚ, ਉਹ ਜਦੋਂ ਫਿਰ ਬਿਲਕੁਲ ਜਦੋਂ ਹੱਦ ਹੋ ਜਾਂਦੀ ਹੈਗੀ ਆ, ਫਿਰ ਜਾ ਕੇ ਉਹਨੂੰ ਅਕਲ ਆਉਂਦੀ ਆ ਕਿ ਮੈਂ ਤੇ ਗਲਤ ਪਾਸੇ ਤੁਰ ਪਿਆ। When society does not listen to God, ਜਦੋਂ ਸਮਾਜ ਰੱਬ ਦੀ ਨਹੀਂ ਸੁਣਦਾ ਹੈਗਾ, God often removes his restraining hand. ਫਿਰ ਪਰਮੇਸ਼ਵਰ ਆਪਣਾ ਹੱਥ ਪਰਾਂ ਕਰ ਲੈਂਦਾ ਹੈਗਾ, ਜਿਹੜਾ ਰੋਕ ਕੇ ਰੱਖਣ ਵਾਲਾ ਹੱਥ He ਹੈਗਾ। does not intervene, he just gives people, society over to their sin. ਪਰਮੇਸ਼ਵਰ ਨਹੀਂ ਕੁਝ ਵੀ ਕਰਦਾ। ਫਿਰ ਪਰਮੇਸ਼ਵਰ ਕਹਿੰਦਾ ਜੋ ਤੁਹਾਡਾ ਦਿਲ ਕਰਦਾ ਤੁਸੀਂ ਕਰੋ। And they suffer the consequences. ਫਿਰ ਉਹਨਾਂ ਲੋਕਾਂ ਨੂੰ ਉਹਦਾ ਨਤੀਜਾ ਉਠਾਉਣਾ ਪੈਂਦਾ। It is shocking to see what is happening in our society with the pandemic. ਦੁੱਖ ਦੀ ਗੱਲ ਆ ਕਿ ਇਸ ਮਹਾਮਾਰੀ ਦੇ ਵਿੱਚ ਕੀ ਹੋ ਰਿਹਾ ਹੈਗਾ ਸਾਡੇ ਸਮਾਜ ਦੇ ਵਿੱਚ। The way people are suffering, dying, sometimes whole family members, 2 or 3 family members. ਕਿੱਦਾਂ ਲੋਕੀ ਦੁੱਖ ਉਠਾ ਰਹੇ ਆ, ਕਿੱਦਾਂ ਲੋਕੀ ਮਰ ਰਹੇ ਹੈਗੇ ਆ, ਕਿੱਦਾਂ ਪਰਿਵਾਰਾਂ ਦੇ ਵਿੱਚ ਲੋਕੀ ਕਿੱਦਾਂ ਜਾ ਰਹੇ ਹੈਗੇ ਆ। The strain that it's putting on the NHS service, the doctors, the nurses. ਹਸਪੀਟਲਾਂ ਉੱਤੇ ਡਾਕਟਰ ਨਰਸਾਂ ਉੱਤੇ ਕਿੱਦਾਂ ਜ਼ੋਰ ਪਿਆ ਹੈਗਾ, ਕਿੱਦਾਂ ਬੋਝ ਹੈਗਾ ਉਹਨਾਂ ਉੱਤੇ। And it's sad there are people who are not taking it seriously. ਦੁੱਖ ਦੀ ਗੱਲ ਹੈ ਕਿ ਲੋਕੀ ਹਜੇ ਵੀ ਇਹਨੂੰ ਐਵੇਂ ਹੋਊ ਪਰੇ ਕਰਦੇ ਹੈਗੇ ਆ। One nurse was speaking, crying, ਇੱਕ ਨਰਸ ਗੱਲ ਕਰੀ ਰੋ ਰਹੀ ਸੀਗੀ, saying, look, she put a 12-hour shift in and it's so hard to see people suffering and dying. ਕਹਿੰਦੀ ਮੈਂ 12 ਘੰਟੇ ਦੀ ਸ਼ਿਫਟ ਕੀਤੀ ਹੈਗੀ ਆ, ਮੇਰਾ ਦਿਲ ਕਹਿੰਦੀ ਟੁੱਟਦਾ ਹੈਗਾ ਦੇਖ ਕੇ ਲੋਕੀ ਮਰ ਰਹੇ ਹੈਗੇ ਆ। And it's sad. ਦੁੱਖ ਦੀ ਗੱਲ ਆ। But then she said, I walked out the hospital ਕਹਿੰਦੇ ਜਦੋਂ ਮੈਂ ਹਸਪੀਟਲ ਜਦੋਂ ਬਾਹਰ ਨਿਕਲੀ ਕੰਮ and there were ਕਰਕੇ, people protesting, saying there is no virus. ਲੋਕੀ ਬਾਹਰ ਖੜੇ ਨਾਰੇ ਲਾਉਂਦੇ ਆ ਕਿ ਬਿਮਾਰੀ ਹੈ ਹੀ ਨਹੀਂ ਕੋਈ ਵੀ। How pathetic, how stupid ਕਿੰਨੀ ਬੇਵਕੂਫੀ ਦੀ ਗੱਲ ਹੈਗੀ ਆ, these people are. ਕਿੰਨੇ ਬੇਵਕੂਫ ਲੋਕੀ ਹੈਗੇ ਆ। But I'm not surprised by all these catastrophes, ਇੱਕ ਹੈਰਾਨਗੀ ਦੀ ਗੱਲ ਨਹੀਂ ਹੈਗੀ ਦੇਖ ਕੇ ਕਿ ਕਿੰਨੀ ਬਰਬਾਦੀ ਹੋ ਰਹੀ ਹੈਗੀ ਆ, especially in the Western world, ਖਾਸ ਕਰ ਇਹਨਾਂ ਮੁਲਕਾਂ ਵਿੱਚ, ਸਾਡੇ ਮੁਲਕਾਂ 'ਚ, because we have turned our backs on God. ਕਿਉਂਕਿ ਅਸੀਂ ਆਪਣੀ ਪਿੱਠ ਕਰਦੀ ਹੈਗੀ ਰੱਬ ਵੱਲ। We've rejected him. ਅਸੀਂ ਉਹਦਾ ਇਨਕਾਰ ਕਰ ਦਿੱਤਾ। We've allowed all sorts of sins ਅਸੀਂ ਹੋਣ into ਦਿੱਤਾ society. ਹਰ ਤਰ੍ਹਾਂ ਦਾ ਪਾਪ ਸਮਾਜ ਵਿੱਚ ਆ ਜਾਵੇ। And when we kill God and when we refuse to acknowledge him, ਜਦੋਂ ਅਸੀਂ ਰੱਬ ਨੂੰ ਮਾਰ ਦਿੰਦੇ, ਜਦੋਂ ਅਸੀਂ ਕਹਿ ਦਿੰਦੇ ਆ ਕਿ ਰੱਬ ਹੈ ਨਹੀਂ, and we go against his word, ਅਸੀਂ ਜਦੋਂ ਉਹਦੇ ਵਚਨ ਦੇ ਖਿਲਾਫ ਜਾਂਦੇ ਆ, don't be surprised if God just leaves us to ਫਿਰ us. ਹੈਰਾਨ ਨਾ ਹੋਵੋ ਜੇ ਪ੍ਰਭੂ ਸਾਨੂੰ ਕਹਿੰਦਾ ਜਾ ਮੈਂ ਤੈਨੂੰ ਛੱਡ ਦਿੱਤਾ। Because of all the gross immorality, the spiritual depravity, the darkness, ਜਿੰਨੀ ਹਰਾਮਕਾਰੀ ਹੋ ਰਹੀ ਹੈਗੀ ਆ, ਜਿੰਨੀ ਰੂਹਾਨੀ ਤੌਰ ਤੇ ਗੰਦਗੀ ਹੈਗੀ ਆ, ਜਿੰਨੀ ਲੋਕੀ ਜਿੰਨੇ ਆਪਣੇ ਸ਼ਹਿਵਤਪਨ ਵਿੱਚ ਫਸ ਗਏ ਹੈਗੇ ਆ, we should not be surprised by these things. ਹੈਰਾਨਗੀ ਦੀ ਗੱਲ ਨਹੀਂ ਹੈਗੀ ਜੋ ਹੋ ਰਿਹਾ ਹੈਗਾ ਉਹਨਾਂ ਗੱਲਾਂ ਦੇਖ ਕੇ। In fact, I am surprised at how merciful God is. ਸਾਨੂੰ ਤਾਂ ਹੈਰਾਨਗੀ ਆਉਂਦੀ ਆ ਕਿ ਪ੍ਰਭੂ ਹਜੇ ਵੀ ਕਿੰਨਾ ਦਇਆਵਾਨ ਹੈਗਾ, That he doesn't allow even more disasters. ਕਿ ਪ੍ਰਭੂ ਇਸ ਤੋਂ ਵੀ ਜ਼ਿਆਦਾ ਵੱਡੇ ਭਿਆਨਕ ਹਾਦਸੇ ਨਹੀਂ ਹੋਣ ਦਿੰਦਾ। It's because we've turned our backs on God. Man is destroying himself. ਇਨਸਾਨ ਆਪਣੇ ਆਪ ਨੂੰ ਕਿਉਂ ਬਰਬਾਦ ਕਰ ਰਿਹਾ ਹੈਗਾ? ਕਿਉਂਕਿ ਉਹਨੇ ਆਪਣੀ ਪਿੱਠ ਰੱਬ ਵੱਲ ਕਰ ਲਈ ਹੈਗੀ ਆ। Every man knows there's a God. ਹਰ ਇਨਸਾਨ ਨੂੰ ਪਤਾ ਕਿ ਖੁਦਾ ਹੈ, And he willingly rejects him. ਜਾਣ ਬੁੱਝ ਕੇ ਉਹ ਪ੍ਰਭੂ ਦਾ ਇਨਕਾਰ ਕਰਦਾ। And therefore God can judge those who willfully reject him. ਇਸ ਕਰਕੇ ਪ੍ਰਭੂ ਉਹਨਾਂ ਲੋਕਾਂ ਦਾ ਇਨਸਾਫ ਕਰਦਾ ਜਿਹੜੇ ਲੋਕੀ ਜਾਣ ਬੁੱਝ ਕੇ ਖੁਦਾ ਦਾ ਇਨਕਾਰ ਕਰਦੇ ਆ, Who reject the voice of creation. ਜਿਹੜੇ ਕਹਿੰਦੇ ਆ ਕਿ ਸ੍ਰਿਸ਼ਟੀ ਦੀ ਆਵਾਜ਼ ਸੁਣ ਕੇ ਉਹ ਕਹਿੰਦੇ ਆ ਕਿ ਰੱਬ ਹੈ ਨਹੀਂ। So firstly there's the voice of creation ਸੋ ਪਹਿਲੀ ਗੱਲ ਸ੍ਰਿਸ਼ਟੀ ਦੀ ਆਵਾਜ਼ ਹੈ, that tells us there's a God. ਦੱਸਦੀ ਸਾਨੂੰ ਕਿ ਰੱਬ ਹੈ। Secondly, people reject the voice of creation ਦੂਸਰੀ ਗੱਲ ਲੋਕੀ ਸ੍ਰਿਸ਼ਟੀ ਦੀ ਆਵਾਜ਼ ਨਹੀਂ ਸੁਣ ਕੇ ਪਰਮੇਸ਼ਰ ਦਾ ਇਨਕਾਰ ਕਰਦੇ ਆ because of their sin. ਆਪਣੇ ਪਾਪ ਦੇ ਕਰਕੇ। Finally, ਆਖਰ ਦੇ ਵਿੱਚ there's the voice of conscience. ਇੱਕ ਅੰਤःਕਰਨ ਦੀ ਆਵਾਜ਼ ਹੈਗੀ ਆ। So you say, look, what about people who've not heard? ਤੁਸੀਂ ਕਹੋਗੇ ਕਿ ਉਹਨਾਂ ਲੋਕਾਂ ਬਾਰੇ ਤੁਹਾਡਾ ਕੀ ਖਿਆਲ ਆ ਜਿਨ੍ਹਾਂ ਨੇ ਸੁਣਿਆ ਨਹੀਂ ਕਦੇ ਵੀ? But Paul is saying, is there such a person?
ਪੌਲਸ ਕਹਿੰਦਾ ਕਿ ਕੀ ਐਸਾ ਕੋਈ ਇਨਸਾਨ ਹੈ? He says, no, all know God exists through creation. ਸ੍ਰਿਸ਼ਟੀ ਨੂੰ ਦੇਖ ਕੇ ਸਾਰਿਆਂ ਨੂੰ ਪਤਾ ਕਿ ਰੱਬ ਹੈ, But then he says, all know God exists ਸਾਰਿਆਂ ਨੂੰ ਪਤਾ ਕਿ ਰੱਬ ਦੀ ਮੌਜੂਦਗੀ ਹੈ, because every man has this inner sense of God's existence. ਹਰ ਇਨਸਾਨ ਦੇ ਅੰਦਰ ਉਹਦੇ ਅੰਤःਕਰਨ ਦੇ ਵਿੱਚ ਪਰਮੇਸ਼ਰ ਦੀ ਮੌਜੂਦਗੀ ਦਾ ਅਹਿਸਾਸ ਹੈਗਾ। Ecclesiastes chapter 3 verse 11 says, God has put eternity into man's heart. ਪਰਮੇਸ਼ਰ ਦੇ ਵਚਨ ਵਿੱਚ ਇਕਲੀਸੀਆਸtes ਵਿੱਚ ਲਿਖਿਆ ਹੈਗਾ ਕਿ ਪਰਮੇਸ਼ਰ ਨੇ ਇਨਸਾਨ ਦੇ ਦਿਲ ਦੇ ਵਿੱਚ ਆਪਣੀ ਮੌਜੂਦਗੀ ਪਾਈ ਹੈਗੀ ਆ। In the beginning, man knew God. ਸ਼ੁਰੂ ਵਿੱਚ ਇਨਸਾਨ ਪਰਮੇਸ਼ਰ ਨੂੰ ਜਾਣਦਾ ਸੀਗਾ, But he rejected God. He became a sinner. ਉਹਨੇ ਇਨਕਾਰ ਕੀਤਾ ਪ੍ਰਭੂ ਦਾ, ਉਹ ਪਾਪੀ ਬਣ ਗਿਆ, And his relationship with God was broken. ਉਹਦਾ ਰਿਸ਼ਤਾ ਖੁਦਾ ਨਾਲ ਟੁੱਟ ਗਿਆ। But there is still something in that man that longs for God. ਪਰ ਉਸ ਇਨਸਾਨ ਦੇ ਅੰਦਰ ਹਜੇ ਵੀ ਇੱਕ ਐਸੀ ਚੀਜ਼ ਹੈ ਜਿਹੜੀ ਕਿ ਰੱਬ ਦੇ ਲਈ ਤਰਫਦੀ ਆ। Paul in Romans chapter 2, ਰੋਮੀਆਂ 2 ਦੇ ਵਿੱਚ ਪੌਲਸ ਕਹਿੰਦਾ verse 14 and 15, 14-15 ਦੇ ਵਿੱਚ speaks of those who have not heard of God, ਉਹਨਾਂ ਲੋਕਾਂ ਦੀ ਗੱਲ ਕਰਦਾ ਜਿਨ੍ਹਾਂ ਨੇ ਰੱਬ ਬਾਰੇ ਸੁਣਿਆ ਹੀ ਨਹੀਂ, who don't know the law of God, they don't know his commands. ਪਰਮੇਸ਼ਰ ਦੀ ਸ਼ਰਨ ਨੂੰ ਨਹੀਂ ਜਾਣਦੇ, ਜਿਹੜੇ ਲੋਕੀ ਪ੍ਰਭੂ ਦੇ ਹੁਕਮਾਂ ਨੂੰ ਨਹੀਂ ਜਾਣਦੇ ਹੈਗੇ। And if they don't know, ਉਹ ਨਹੀਂ ਜਾਣਦੇ, is it right to judge them if they don't know right from wrong? ਕਿ ਉਹ ਜੇ ਸਹੀ ਜਾਂ ਗਲਤ ਦੀ ਤਮੀਜ਼ ਉਹਨਾਂ ਨੂੰ ਨਹੀਂ ਹੈਗੀ ਤਾਂ ਕੀ ਉਹਨਾਂ ਲੋਕਾਂ ਦੇ ਇਨਸਾਫ ਕਰਨਾ ਸਹੀ ਹੋਊਗਾ? Paul says in verse 15, 15 ਚ ਪੌਲਸ ਕਹਿੰਦਾ God's law is written on their hearts. ਕਹਿੰਦਾ ਕਿ ਪਰਮੇਸ਼ਰ ਦਾ ਸ਼ਰੀਅਤ, ਪਰਮੇਸ਼ਰ ਦੀ ਸ਼ਰਅ ਉਹਨਾਂ ਦੇ ਦਿਲਾਂ ਉੱਤੇ ਲਿਖੀ ਹੋਈ ਆ, Because they have this inner sense of God and what is wrong and right. ਉਹਨਾਂ ਦੇ ਅੰਦਰ ਇੱਕ ਖਿਆਲਾਤ ਹੈਗੇ ਆ ਜਿਹੜੇ ਉਹਨਾਂ ਨੂੰ ਦੱਸਦੇ ਆ ਕਿ ਸਹੀ ਕੀ ਹੈ ਜਾਂ ਗਲਤ ਕੀ ਆ। And they do know to some degree ਕੁਝ ਹੱਦ ਤੱਕ ਉਹਨਾਂ ਲੋਕਾਂ ਨੂੰ ਪਤਾ ਤਮੀਜ਼ ਹੈਗੀ ਆ what God requires. ਕਿ ਪ੍ਰਭੂ ਕੀ ਚਾਹੁੰਦਾ। It's not perfect ਸੰਪੂਰਨਤਾ ਇਹਦੇ ਨਾਲ ਤਾਂ ਨਹੀਂ, because it's tainted with sin and culture and background and upbringing. ਕਿਉਂਕਿ ਪਾਪ ਦਾ ਧੱਬਾ ਲੱਗਿਆ ਹੈਗਾ, ਉਹਨਾਂ ਦਾ ਸਮਾਜ ਦਾ ਧੱਬਾ ਹੈਗਾ, ਉਹ ਲੋਕੀ ਜਾਣਦੇ ਆ ਪਰ ਪੂਰੀ ਸੱਚਾਈ ਨਾਲ ਨਹੀਂ। But people know, yes, it's wrong to steal. Everybody knows that. ਸਾਰਿਆਂ ਨੂੰ ਪਤਾ ਕਿ ਚੋਰੀ ਕਰਨਾ ਗਲਤ ਆ, Everybody knows it's wrong to lie. ਸਾਰਿਆਂ ਨੂੰ ਪਤਾ ਕਿ ਝੂਠ ਬੋਲਣਾ ਗਲਤ ਆ, Everybody knows it's wrong to commit adultery. ਸਾਰਿਆਂ ਨੂੰ ਪਤਾ ਕਿ ਜ਼ਨਾ ਕਰਨਾ ਗਲਤ ਆ, People know this. ਲੋਕਾਂ ਨੂੰ ਪਤਾ। But when they break this law written on their hearts, ਪਰ ਜਿਹੜਾ ਉਹਨਾਂ ਦੇ ਅੰਤःਕਰਨ ਉੱਤੇ ਜਿਹੜਾ ਕਾਨੂੰਨ ਲਿਖਿਆ ਉਹਨੂੰ ਜਦੋਂ ਜਾਣ ਬੁੱਝ ਕੇ ਤੋੜਦੇ ਆ, Paul says their conscience accuses them. They know they've done wrong. They feel guilty. ਉਸ ਵੇਲੇ ਉਹਨਾਂ ਦਾ ਅੰਤःਕਰਨ ਉਹਨਾਂ ਨੂੰ ਦੋਸ਼ ਲਾਉਂਦਾ, ਉਹਨਾਂ ਨੂੰ ਪਤਾ ਅੰਦਰੋਂ ਕਿ ਜੋ ਮੈਂ ਕੀਤਾ ਉਹ ਗਲਤ ਆ। Everybody has a conscience ਹਰ ਇਨਸਾਨ ਦੇ ਕੋਲ ਅੰਤःਕਰਨ ਹੈਗਾ that excuses them when they do right, Paul says, but accuses when they do wrong. ਜਦੋਂ ਸਹੀ ਕਰਦੇ ਆ ਉਹਨਾਂ ਦਾ ਅੰਤःਕਰਨ ਉਹਨਾਂ ਨੂੰ ਆਰਾਮ ਦਿੰਦਾ, ਜਦੋਂ ਗਲਤ ਕਰਦੇ ਆ ਉਹਨਾਂ ਦਾ ਅੰਤःਕਰਨ ਉਹਨਾਂ ਨੂੰ ਦੋਸ਼ੀ ਠਹਿਰਾਉਂਦਾ। So you have this voice of conscience. ਸੋ ਇਨਸਾਨ ਦੇ ਅੰਦਰ ਇੱਕ ਆਵਾਜ਼ ਹੈਗੀ ਆ, ਅੰਤःਕਰਨ ਦੀ ਆਵਾਜ਼। Creation is the voice outside ourselves ਸ੍ਰਿਸ਼ਟੀ ਹੈਗੀ ਆ ਉਹ ਆਵਾਜ਼ ਜਿਹੜੀ ਬਾਹਰ ਹੈ ਸਾਰੇ ਇਨਸਾਨ ਦੇ ਜਿਸਮ ਤੋਂ, that tell us there's a God. ਬਾਹਰ ਸ੍ਰਿਸ਼ਟੀ ਦੱਸਦੀ ਹੈ ਕਿ ਪਰਮੇਸ਼ਰ ਹੈ। Conscience is the voice within ਅੰਤःਕਰਨ ਉਹ ਅੰਦਰੂਨੀ ਆਵਾਜ਼ ਹੈਗੀ ਆ, that comes from this inner sense of God, ਅੰਦਰ ਦੀ ਡੂੰਘਾਈ ਦੇ ਵਿੱਚ ਆਵਾਜ਼ ਆਉਂਦੀ ਆ, ਸਾਨੂੰ ਦੱਸਦੀ ਹੈ ਪ੍ਰਭੂ ਦੇ ਬਾਰੇ, which tells us that there's a law in our hearts and therefore there's a lawgiver, there's a God. ਸਾਨੂੰ ਦੱਸਦੀ ਹੈ ਕਿ ਸਾਡੇ ਅੰਦਰ ਇੱਕ ਸ਼ਰਅ ਹੈਗੀ ਆ, ਉਹ ਸ਼ਰਅ ਨੂੰ ਦੇਣ ਵਾਲਾ, ਉਹਨਾਂ ਕਾਨੂੰਨਾਂ ਨੂੰ ਦੇਣ ਵਾਲਾ ਇੱਕ ਰੱਬ ਹੈਗਾ। But people don't yield to this because they're sinners. ਪਰ ਲੋਕੀ ਜਾਣਦੇ ਹੋਏ ਸੁਣਦੇ ਹੋਏ ਨਹੀਂ ਕਹਦੇ ਕਿਉਂਕਿ ਉਹ ਪਾਪੀ ਆ। People don't listen to these voices. ਲੋਕੀ ਇਹਨਾਂ ਆਵਾਜ਼ ਨੂੰ, ਉਸ ਆਵਾਜ਼ ਨੂੰ ਸੁਣਨਾ ਚਾਹੁੰਦੇ ਨਹੀਂ ਹੈਗੇ। It's like an alarm clock. ਜਿੱਦਾਂ ਘੰਟੀ ਵੱਜਦੀ ਆ, It goes off ਘੰਟੀ ਵੱਜਦੀ ਆ and it alerts you. ਉਹ ਘੰਟੀ ਤੁਹਾਨੂੰ ਜਗਾਉਂਦੀ ਆ। When we do wrong, ਅਸੀਂ ਤਾਂ ਗਲਤ ਕਰਦੇ ਆ, the voice of conscience tells us, it's like an alarm clock telling us we've done something wrong. ਅਸੀਂ ਤਾਂ ਗਲਤੀ ਕਰਦੇ ਆ, ਅੰਤःਕਰਨ ਦੀ ਘੰਟੀ ਵੱਜਦੀ, ਟੱਲੀ ਵੱਜਦੀ ਆ, ਉਹ ਸਾਨੂੰ ਦੱਸਦੀ ਹੈ ਕਿ ਅਸੀਂ ਕੋਈ ਗਲਤ ਕੀਤਾ ਹੈਗਾ। But if you constantly ignore the voice of conscience, the alarm clock, ਜੇ ਬਾਰ-ਬਾਰ ਅਸੀਂ ਉਸ ਘੰਟੀ ਨੂੰ ਨਹੀਂ ਸੁਣਦੇ ਹੈਗੇ, ਜੇ ਬਾਰ-ਬਾਰ ਅਸੀਂ ਜੇ ਅੰਤःਕਰਨ ਦੀ ਆਵਾਜ਼ ਨੂੰ ਨਹੀਂ ਸੁਣਦੇ ਹੈਗੇ, then it won't have its impact anymore. ਫਿਰ ਜਿਹੜਾ ਅਸਰ ਹੈਗਾ ਉਹ ਅਸਰ ਕਰਨਾ ਬੰਦ ਕਰ ਦਿੰਦੀ ਆ। I have some sticky labels here. ਭਾਈ ਦੇ ਕੋ ਕਹਿੰਦੇ ਮੇਰੇ ਕੋਲ ਥੋੜੇ ਲੇਬਲ ਆ। Okay, this is really sticky. ਇਹ ਸਟਿਕੀ ਲੇਬਲ ਆ। But if I do this, ਜੇ ਮੈਂ ਇਦਾਂ ਚਮੇੜਾ, put it there, ਇਦਾਂ ਚਮੇੜਾ ਜੇ ਬਾਹ ਤੇ take it off, ਲਾਵਾਂ, do it again, ਫਿਰ ਕਰਾਂ, take it off, ਕਰਾਂ, do it again, ਬਾਰ-ਬਾਰ ਜੇ ਕਰੀ ਜਾਵਾਂ, take it off,
ਬਾਰ-ਬਾਰ ਜੇ ਕਰੀਏ ਮੈਂ ਤਾਂ the stickiness is gone. It's no good anymore. ਉਹ ਜਿਹੜੀ ਚਿਪਕਦੀ ਹੈਗੀ ਆ ਉਹ ਚਿਪਕ ਜਿਹੜੀ ਹੈਗੀ ਆ ਉਹ ਬੰਦ ਹੋਈ ਨਹੀਂ ਚਲੀ ਜਾਣੀ ਹੈਗੀ ਆ This won't have any impact. It's no good for me anymore. ਫਿਰ ਥੋੜੇ ਚਿਰ ਬਾਅਦ ਉਹ ਜਿਹੜਾ ਕਾਗਜ਼ ਹੈਗਾ ਉਹ ਕਿਸੇ ਕੰਮ ਦਾ ਨਹੀਂ ਰਹਿਣਾ ਹੈਗਾ ਉਹਨੇ ਚਿਪਕਣਾ ਨਹੀਂ ਹੈਗਾ If you ignore your conscience, ਜੇ ਤੁਸੀਂ ਆਪਣੇ ਅੰਤःਕਰਨ ਨੂੰ ਨਹੀਂ ਸੁਣਦੇ ਉਹਦੀ then it won't have an impact anymore. ਫਿਰ ਥੋੜੇ ਚਿਰ ਬਾਅਦ ਕਿਉਂ ਨਾ ਉਹਦਾ ਅਸਰ ਹੋਣਾ ਬੰਦ ਹੋਏ ਨਾ When you look at creation, ਅਸੀਂ ਜੇ ਸ੍ਰਿਸ਼ਟੀ ਦੇਖੀਏ you ignore it. ਦੇ ਅਸੀਂ ਸ੍ਰਿਸ਼ਟੀ ਨੂੰ ਦੇਖ ਕੇ ਅਸੀਂ ਅਨਸੁਣੀ ਕਰ You ਦਈਏ ignore your conscience. ਆਪਣੇ ਅੰਤःਕਰਨ ਨੂੰ ਅਸੀਂ ਅਨਸੁਣਾ ਕਰ ਦਈਏ You ignore what God clearly reveals. ਜੋ ਪ੍ਰਭੂ ਸਾਨੂੰ ਸਾਫ਼-ਸਾਫ਼ ਦੱਸਦੇ ਹੈਗੇ ਆ ਉਹਨੂੰ ਜੇ ਅਸੀਂ ਨਾ ਮੰਨੀਏ Then God has every right to judge you. ਫਿਰ ਪਰਮੇਸ਼ਰ ਦੇ ਕੋਲ ਹਰ ਹੱਕ ਹੈਗਾ ਕਿ ਉਹ ਸਾਡਾ ਇਨਕਾਰ ਕਰੇ ਔਰ ਸਾਡਾ ਇਨਸਾਫ ਕਰੇ And this is what people do. ਇਹੀ ਲੋਕ ਕੀ ਕਰਦੇ ਆ There is no one righteous, says Paul. There's no one innocent. ਪੌਲਸ ਕਹਿੰਦਾ ਕੋਈ ਵੀ ਰਾਸਬਾਜ਼ ਕੋਈ ਵੀ ਨਿਰਦੋਸ਼ ਨਹੀਂ ਹੈਗਾ ਇੱਕ ਵੀ ਨਹੀਂ ਹੈਗਾ Everybody knows through creation ਹਰ ਇਨਸਾਨ ਨੂੰ ਪਤਾ ਸ੍ਰਿਸ਼ਟੀ and the ਦੁਆਰਾ voice of conscience there's a God. ਅੰਦਰੋਂ ਆਵਾਜ਼ ਆਉਂਦੀ ਹੈ ਕਿ ਰੱਬ ਹੈ And if you're not a Christian, ਜੇ ਤੁਸੀਂ ਵਿਸ਼ਵਾਸੀ ਨਹੀਂ ਹੈਗੇ you need to listen to these voices. ਇਹਨਾਂ ਆਵਾਜ਼ਾਂ ਨੂੰ ਸੁਣੋ And if you ignore them, ਇਹਨਾਂ ਨੂੰ ਐਵੇਂ ਹੋ ਪਰੇ ਨਾ ਕਰੋ then you will be judged. ਜੇ ਤੁਸੀਂ ਨਾ ਸੁਣੋਗੇ ਬੇਸ਼ੱਕ ਤੁਹਾਡਾ ਇਨਸਾਫ ਹੋਗਾ But if you genuinely hear and you genuinely seek the true God, ਪਰ ਜੇ ਤੁਸੀਂ ਸੱਚੀ ਮੁੱਚੀ ਇਸ ਆਵਾਜ਼ ਨੂੰ ਸੁਣੋ ਔਰ ਉਸ ਪਰਮੇਸ਼ਰ ਨੂੰ ਖੋਜੋ ਜਿਹਦੀ ਆਵਾਜ਼ ਹੈਗੀ ਆ and you genuinely want to know this God, ਔਰ ਦਿਲੋਂ ਤੁਸੀਂ ਜਾਣਨਾ ਚਾਹੁੰਦੇ ਹੈਗੇ ਇਸ ਪਰਮੇਸ਼ਰ ਨੂੰ it doesn't matter who you are, whether you live in the jungle, ਫਿਰ ਚਾਹੇ ਤੁਸੀਂ ਕੋਈ ਹੋਵੋ ਚਾਹੇ ਤੁਸੀਂ ਜੰਗਲਾਂ ਵਿੱਚ ਵਾਸ ਕਰੋ you've never heard about God, ਕਦੇ ਤੁਸੀਂ ਸੁਣਿਆ ਨਹੀਂ ਹੈਗਾ ਰੱਬ ਦੇ ਬਾਰੇ but you'll hear the voice of creation and conscience. ਤੁਸੀਂ ਸ੍ਰਿਸ਼ਟੀ ਦੀ ਆਵਾਜ਼ ਤੁਸੀਂ ਅੰਤःਕਰਨ ਦੀ ਆਵਾਜ਼ ਨੂੰ ਸੁਣ ਕੇ Then God will move heaven and earth to get the gospel to ਫਿਰ you. ਪਰਮੇਸ਼ਰ ਜ਼ਮੀਨ ਤੇ ਅਸਮਾਨ ਨੂੰ ਹਟਾ ਦੇਗਾ ਤੁਹਾਡੇ ਤੱਕ ਆਪਣਾ ਵਚਨ ਪਹੁੰਚਾਉਣ ਦੇ ਲਈ What you need is another voice to know the truth. ਤੁਹਾਨੂੰ ਇੱਕ ਆਵਾਜ਼ ਦੀ ਲੋੜ ਹੈਗੀ ਜਿਹੜੀ ਤੁਹਾਨੂੰ ਦੱਸੇ ਕਿ ਸੱਚਾਈ ਕੀ ਹੈਗੀ ਆ You need God's word. ਪਰਮੇਸ਼ਰ ਦਾ ਵਚਨ You ਸਾਨੂੰ ਚਾਹੀਦਾ need to know about Jesus Christ. ਪ੍ਰਭੂ ਯਿਸੂ ਮਸੀਹ ਦੇ ਬਾਰੇ ਜਾਣਨਾ ਜ਼ਰੂਰੀ ਆ And if you are genuinely seeking the Lord, ਜੇ ਸੱਚੀ ਮੁੱਚੀ ਤੁਸੀਂ ਪਰਮੇਸ਼ਰ ਨੂੰ ਭਾਲਦੇ ਆ like the Ethiopian eunuch in Acts 8 and Cornelius in Acts chapter 10, ਜਿਹੜਾ ਖੋਜਾ ਸੀਗਾ ਔਰ ਜਿਹੜਾ ਯਾਚਕਾ but you say, look, doesn't Paul say no one seeks God? ਕਿ ਪੌਲਸ ਇਹ ਨਹੀਂ ਕਹਿੰਦਾ ਹੈਗਾ ਕਿ ਕੋਈ ਵੀ ਇਨਸਾਨ ਰੱਬ ਦਾ ਤਲਬ ਨਹੀਂ ਹੈਗਾ That's true, no one does seek God. ਕੋਈ ਨਹੀਂ ਭਾਲਦਾ ਰੱਬ ਨੂੰ But if you are seeking God, it's evidence of the fact that God is seeking you. ਪਰ ਜੇ ਤੁਸੀਂ ਰੱਬ ਨੂੰ ਭਾਲਦੇ ਆ ਤੇ ਯਕੀਨ ਜਾਣੋ ਕਿ ਰੱਬ ਤੁਹਾਨੂੰ ਵੀ ਲੱਭਦਾ ਹੈਗਾ And God is working in your life, but that's another subject. ਰੱਬ ਤੁਹਾਡੀ ਜ਼ਿੰਦਗੀ ਕੰਮ ਕਰ ਰਿਹਾ ਹੈਗਾ ਇੱਕ ਹੋਰ ਮਜ਼ਮੂਨ ਹੈਗਾ But if you are genuinely seeking, ਪਰ ਜੇ ਤੁਸੀਂ ਸੱਚੀ ਮੁੱਚੀ ਰੱਬ ਨੂੰ ਭਾਲਦੇ ਆ God will move heaven and earth ਪਰਮੇਸ਼ਰ ਜ਼ਮੀਨ ਤੇ ਅਸਮਾਨ ਇੱਕ ਕਰ ਦੋਗਾ to bring the gospel to you, ਤਾਂ ਕਿ ਤੁਹਾਡੇ ਤੱਕ ਇੰਜੀਲ ਪਹੁੰਚੇ to bring special revelation, God's word to reveal Christ, ਪਰਮੇਸ਼ਰ ਖਾਸ ਮੁਕਾਸ਼ਫਾ ਤੁਹਾਡੇ ਤੋਂ ਭੇਜੂਗਾ ਤਾਂ ਕਿ ਪ੍ਰਭੂ ਯਿਸੂ ਮਸੀਹ ਦਾ ਵਚਨ ਤੁਹਾਡੇ ਤੱਕ ਪਹੁੰਚ so ਸਕੇ that you can be saved. ਤਾਂ ਕਿ ਤੁਸੀਂ ਬਚਾਏ ਜਾਵੋ Might send a missionary. ਜਿਹਦਾ ਮਿਸ਼ਨਰੀ ਹੈਗੇ ਆ You might receive a Bible ਚਾਹੇ ਤੁਹਾਨੂੰ ਬਾਈਬਲ ਮਿਲੇ ਕਿਸੇ ਪਾਸਿਓਂ so that you can be saved. ਤਾਂ ਕਿ ਤੁਸੀਂ ਬਚਾਏ ਜਾਵੋ ਪ੍ਰਭੂ ਦਾ ਵਚਨ ਤੁਹਾਡੇ ਤੱਕ ਪਹੁੰਚੇ So to answer your question, ਸੋ ਸਵਾਲ ਦਾ ਜਵਾਬ is it right for God to judge those who have not heard? ਕੀ ਸਹੀ ਹੈਗਾ ਕਿ ਪਰਮੇਸ਼ਰ ਉਹਨਾਂ ਲੋਕਾਂ ਦਾ ਇਨਸਾਫ ਕਰੇ ਜਿਨ੍ਹਾਂ ਨੇ ਕਦੇ ਪ੍ਰਭੂ ਦਾ ਵਚਨ ਸੁਣਿਆ ਨਹੀਂ ਹੈਗਾ Yes, it is. ਬਿਲਕੁਲ ਸੱਚ ਹੈ Because everybody has a knowledge of God. ਕਿਉਂਕਿ ਹਰ ਇਨਸਾਨ ਦੇ ਕੋਲ ਪਰਮੇਸ਼ਰ ਦੇ ਵਚਨ ਦੀ ਸੱਚਾਈ ਹੈਗੀ ਆ Most people suppress it and reject it. ਪਰ ਲੋਕੀ ਉਹਨੂੰ ਦਬਾ ਕੇ ਰੱਖਦੇ ਆ ਕੁਝ ਲੋਕੀ ਜਿਹੜੇ ਹੈਗੇ ਆ ਉਹ ਸੱਚਾਈ ਦੇ ਵਚਨ ਨੂੰ ਉੱਪਰ ਨਹੀਂ ਆਉਣ ਦਿੰਦੇ And ਹੈਗੇ Paul goes on to say that people will be judged according to the knowledge they have. ਪ੍ਰਭੂ ਦੇ ਵਚਨ ਲਿਖਿਆ ਕਿ ਜਿੰਨਾ ਕਿਸੇ ਇਨਸਾਨ ਦੇ ਕੋਲ ਇਲਮ ਹੈਗਾ ਉਹਦੇ ਅਨੁਸਾਰ ਉਹਦਾ ਇਨਸਾਫ ਕੀਤਾ So ਜਾਊਗਾ if you have a knowledge of creation, ਜੇ ਤੁਹਾਨੂੰ ਸ੍ਰਿਸ਼ਟੀ ਬਾਰੇ ਗਿਆਨ ਹੈਗਾ and your conscience tells you, ਜੇ ਤੁਹਾਡਾ ਅੰਤःਕਰਨ ਤੁਹਾਨੂੰ ਦੱਸਦਾ but you don't have the Bible, ਪਰ ਤੁਹਾਡੇ ਕੋਲ ਪ੍ਰਭੂ ਦਾ ਵਚਨ ਨਹੀਂ ਹੈਗਾ ਤੁਹਾਡੇ ਹੱਥ ਵਿੱਚ then your punishment will be lighter than someone who has the full truth. ਤੁਹਾਡੀ ਸਜ਼ਾ ਉਹਦੇ ਨਾਲ ਘੱਟ ਹੋਊਗੀ ਜਿਸ ਇਨਸਾਨ ਦੇ ਕੋਲ ਪੂਰੀ ਦੀ ਪੂਰੀ ਸੱਚਾਈ ਹੈਗੀ ਹੈ ਜਾਣ ਨਹੀਂ ਹੈਗੀ ਆ And they still reject. ਜਾਣ ਕੇ ਫਿਰ ਵੀ
ਉਹ ਇਨਕਾਰ ਕਰਦਾ ਹੈ ਕਿ ਪਰਮੇਸ਼ਰ ਦਾ। And that includes you. ਤੁਹਾਡੀ ਗੱਲ ਬਚਾਉਂਦੀ ਆ, And that includes me. ਮੇਰੀ ਗੱਲ ਬਚਾਉਂਦੀ ਆ। We have the Bible. We ਸਾਡੇ ਕੋਲ know ਪ੍ਰਭੂ the ਦਾ ਵਚਨ ਹੈਗਾ, truth. And we need to turn today to Him. ਅਸੀਂ ਵਚਨ ਪੜ੍ਹ ਕੇ ਪ੍ਰਭੂ ਦੇ ਵੱਲ ਅਸੀਂ ਮੁੜੀਏ, Repent and believe. ਤੌਬਾ ਕਰੀਏ, ਵਿਸ਼ਵਾਸ ਕਰੀਏ, And you'll be forgiven. ਤੁਸੀਂ ਮਾਫ ਕੀਤੇ ਜਾਓਗੇ And you will be saved. ਔਰ ਤੁਸੀਂ ਬਚਾਏ ਜਾਓਗੇ। Amen. ਆਮੀਨ। We will now have our closing song, after which we will close in prayer. ਅਸੀਂ ਆਪਣਾ ਅਖੀਰਲਾ ਗੀਤ ਗਾਵਾਂਗੇ, ਜਿਸ ਤੋਂ ਬਾਅਦ ਅਸੀਂ ਪ੍ਰਾਰਥਨਾ ਦੀ ਮੀਟਿੰਗ ਬੰਦ ਕਰਾਂਗੇ। Let's pray. आओ प्रार्थना करिए। Eternal Father, Lord, we thank you that there is a witness of your existence everywhere in the world. ਸਦੀਵਕ ਪਿਤਾ, ਅਸੀਂ ਧੰਨਵਾਦ ਕਰਦੇ ਹਾਂ ਕਿ ਤੁਹਾਡੀ ਮੌਜੂਦਗੀ ਦੀ ਗਵਾਹੀ ਹਰ ਜਗ੍ਹਾ ਹੈਗੀ ਆ।
People know there is a God, but they willingly reject him. ਲੋਕੀ ਜਾਣਦੇ ਕਿ ਖੁਦਾ ਹੈ ਪਰ ਜਾਣਬੁੱਝ ਕੇ ਤੁਹਾਡਾ ਇਨਕਾਰ ਕਰਦੇ ਆ। But Lord, all of us who are listening to this today, ਅਸੀਂ ਸਾਰੇ ਅੱਜ ਜਿਨ੍ਹਾਂ ਨੇ ਵਚਨ ਤੁਹਾਡਾ ਸੁਣਿਆ ਹੈਗਾ, not only know there's a God, ਅਸੀਂ ਨਾ ਸਿਰਫ ਜਾਣਦੇ ਕਿ ਖੁਦਾ ਹੈ, we know who he is. ਸਾਨੂੰ ਪਤਾ ਹੈ ਕਿ ਉਹ ਕੌਣ ਹੈਗਾ, We know the path of salvation. ਸਾਨੂੰ ਪਤਾ ਹੈ ਮੁਕਤੀ ਦਾ ਰਾਹ ਕੀ ਹੈਗਾ, We know that Jesus is the way, the truth, and the life, and no one gets to the Father but through him. ਸਾਨੂੰ ਪਤਾ ਹੈ ਕਿ ਪ੍ਰਭੂ ਯਿਸੂ ਮਸੀਹ ਰਾਹ, ਹੱਕ ਔਰ ਸੱਚਾਈ ਹੈਗਾ ਔਰ ਕੋਈ ਵੀ ਪਿਤਾ ਦੇ ਕੋਲ ਹੋਰ ਕੇ ਤਰੀਕੇ ਨਾਲ ਨਹੀਂ So ਪਹੁੰਚਦਾ। Lord, as believers, help us to rejoice in the fact that we've embraced him ਵਿਸ਼ਵਾਸੀਓ ਕਿ ਪ੍ਰਭੂ ਸਾਨੂੰ ਅਸੀਂ ਜਾਣੀਏ ਕਿ ਅਸੀਂ ਜੱਫੀ ਪਾਈ ਹੈ ਪ੍ਰਭੂ ਨੂੰ, and he has saved us, ਜਿਹਨੇ ਸਾਨੂੰ ਬਚਾਇਆ, and those who have not believed, ਔਰ ਜਿਨ੍ਹਾਂ ਨੇ ਨਹੀਂ ਵਿਸ਼ਵਾਸ ਕੀਤਾ we pray that they would turn to him ਉਹ ਮੁੜਨ ਉਹਦੇ ਵੱਲ and find salvation in him. ਔਰ ਹਮੇਸ਼ਾ ਦੀ ਜ਼ਿੰਦਗੀ ਪਾਉਣ, ਅਨੰਤ ਜੀਵਨ ਪਾਉਣ। In Jesus' name, ਪ੍ਰਭੂ ਯਿਸੂ ਮਸੀਹ ਮੁਕਤੀ ਦਾਤਾ ਦੇ ਨਾਮ ਵਿੱਚ ਸਾਰਾ ਕੰਮ ਮੰਗਦੇ ਆ, amen. ਆਮੀਨ। Thank you for listening to this message. For further information, visit www.emmanuelhansworth.org.uk.